ਬਠਿੰਡਾ ਦੀ ਗ੍ਰੀਨ ਸਿਟੀ ਦੀ ਅਪਾਰ ਸਫਲਤਾ ਤੋਂ ਬਾਅਦ ਹੁਣ ਪੇਸ਼ ਹੈ ਕਨ੍ਹੱਈਆਜ਼ ਗ੍ਰੀਨ ਸਿਟੀ, ਜਿੱਥੇ ਸਿਕਿਉਰਿਟੀ ਦੇ ਪੁਖਤਾ ਪ੍ਰਬੰਧ, ਖੁੱਲੀਆਂ ਸੜਕਾਂ, ਹਰਾ ਭਰਾ ਵਾਤਾਵਰਣ, ਬਿਜਲੀ ਦੀਆਂ ਅੰਡਰਗਰਾਉਂਡ ਤਾਰਾਂ ਅਤੇ ਖੂਬਸੂਰਤ ਫੁੱਲ ਪੌਦੇ। ਲੈਂਡਸਕੇਪਿੰਗ ਅਤੇ ਨਿਰਮਾਣ ਕਾਰਜ ਚੱਲ ਰਹੇ ਨੇ ਤੇਜ਼ੀ ਨਾਲ। ਇਸ ਤੋਂ ਪਹਿਲਾਂ ਕਿ ਸਾਰੇ ਪਲਾਟ ਬੁੱਕ ਹੋ ਜਾਣ, ਸੰਪਰਕ ਕਰੋ 8556002064 ਅਤੇ 8556002071। ਪ੍ਰੋਗਰਾਮ ਸ਼ਮਾਦਾਨ ਦੇ ਵਿੱਚ ਇੱਕ ਵਾਰ ਫਿਰ ਸਰੋਤਿਓ ਸਵਾਗਤ ਹੈ ਤੁਹਾਡਾ ਰੇਡੀਓ ਪੰਜਾਬ ਟੂਡੇ ਦੇ ਇਸ ਚਰਚਿਤ ਪ੍ਰੋਗਰਾਮ ਦੇ ਵਿੱਚ। ਹੁਣ ਸਾਡੇ ਨਾਲ ਨੇ ਮੇਰੇ ਸਹਿਯੋਗੀ ਸੀਨੀਅਰ ਪੱਤਰਕਾਰ ਸਵਰਨ ਸਿੰਘ ਦਾਨੇਵਾਲੀਆ। ਦਾਨੇਵਾਲੀਆ ਸਾਹਿਬ, ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ। ਬਹੁਤ ਬਹੁਤ ਸ਼ੁਕਰੀਆ ਦਲਵੀਰ ਜੀ, ਤੁਹਾਨੂੰ ਅੱਜ ਮੈਨੂੰ ਪ੍ਰੋਗਰਾਮ ਦੇ ਵਿੱਚ ਸ਼ਾਮਲ ਕਰਨ ਦੇ ਲਈ ਮਿਹਰਬਾਨੀ। ਦਾਨੇਵਾਲੀਆ ਸਾਹਿਬ, ਖਬਰ ਆਉਂਦੀ ਆ ਵਿਆਹ ਲਈ ਉਮਰ ਹੱਦ 18 ਤੋਂ 21 ਕਰ ਦਿੱਤੀ ਗਈ ਹੈ ਲੜਕੀਆਂ ਦੀ। ਕਾਰਨ ਇਹਦੇ ਪਿੱਛੇ ਕੀ ਨੇ? ਕੀ ਨਫੇ ਨੁਕਸਾਨ, ਕੀ ਫਾਇਦਾ, ਕੀ ਕਹਿਣਾ ਚਾਹੋਗੇ ਇਹਦੇ ਬਾਰੇ? ਦਲਵੀਰ ਜੀ ਦੇਖੋ, ਦੋ ਚੀਜ਼ਾਂ ਨੇ। ਇੱਕ ਮਨਸ਼ਾ ਜੀ ਕੀ ਹੈ, ਮਨਸ਼ਾ ਤੁਸੀਂ ਸਮਝ ਗਏ ਹੋ ਕਿ ਮਨਸ਼ਾ ਸਿੱਧੇ ਮਾਇਨੇ 'ਚ ਆਪਾਂ ਆਖੀਏ ਕਿ ਤੁਸੀਂ ਅੰਦਰ ਖਾਤੇ ਕਿਸੇ ਦੀ ਬਾਂਹ ਮਰੋੜਨਾ ਚਾਹੁੰਦੇ ਹੋ। ਦੂਜੀ ਹੈਗੀ ਹੈ ਕਿ ਵਾਕਿਆ ਹੀ ਤੁਸੀਂ ਪਾਪੂਲੇਸ਼ਨ ਦੇ ਲਈ ਚਿੰਤਤ ਹੋ। ਜੀ, ਪਾਪੂਲੇਸ਼ਨ ਕਹਿਣ ਤੋਂ ਮਤਲਬ ਵੀ ਭਾਰਤ ਦੇ ਲੋਕਾਂ ਦੇ ਲਈ। ਹੁਣ ਕੀ ਚੀਜ਼ ਹੈ ਕਿ ਭਾਰਤ ਦੇ ਵਿੱਚ ਤੁਹਾਨੂੰ ਯਾਦ ਹੋਏਗਾ ਕਿ ਐਮਰਜੈਂਸੀ ਵੇਲੇ ਹਮ ਦੋ ਹਮਾਰੇ ਦੋ ਜਨਸੰਖਿਆ ਨੂੰ ਰੋਕਣ ਦੇ ਲਈ ਉਸ ਤੋਂ ਪਹਿਲਾਂ ਇੱਕ ਨਾਰਾ ਚੱਲਿਆ ਸੀ ਜੀ। ਪਰ ਐਮਰਜੈਂਸੀ ਵੇਲੇ ਕੀ ਸੰਜੇ ਗਾਂਧੀ ਨੇ ਕੀਤਾ ਕਿ ਫੜ ਕੇ ਨਸਬੰਦੀਆਂ ਤੇ ਆਪਰੇਸ਼ਨ ਕਰਾਤੇ। ਜਿਹੜਾ ਟੱਕਰਿਆ ਉਹਨੂੰ, ਮੁੰਡੇ ਅਨਮੈਰਿਡ ਵੀ, ਅਨਮੈਰਿਡ ਕੁੜੀਆਂ ਵੀ, ਬਜ਼ੁਰਗ ਵੀ, ਜੋ ਟੱਕਰਿਆ ਫੜ ਕੇ ਜੀਪਾਂ 'ਚ, ਉਦੋਂ ਜੀਪਾਂ ਹੁੰਦੀਆਂ ਸੀ ਤੇ ਲੋਕ ਮੁੰਡੇ ਜਿਹੜੇ ਸੀ ਉਹ ਖੇਤਾਂ 'ਚ ਰਹਿਣ ਲੱਗ ਪਏ ਸੀ, ਭੱਜ ਗਏ ਸੀ ਜੀ। ਉਹ ਹਾਲਾਤ ਐਸੇ ਹੋਏ ਕਿ ਭਾਰਤ ਦੇ ਵਿੱਚ ਜਨਸੰਖਿਆ ਜਿਹੜੀ ਕੰਟਰੋਲ ਹੋਣੀ ਮੁਸ਼ਕਿਲ ਹੋ ਗਈ ਸੀ ਜੀ, ਤੇ ਕਿਸੇ ਨੇ ਹੱਥ ਨਹੀਂ ਪਾਇਆ। ਸੋ ਜੇਕਰ ਇਹਨੂੰ ਚੰਗੀ ਮਨਸ਼ਾ ਦੇਖੀਏ ਤਾਂ ਇੱਕ ਤਰੀਕੇ ਨਾਲ ਇਹ ਜਨਸੰਖਿਆ ਨੂੰ ਕੰਟਰੋਲ ਕਰਨ ਦਾ ਬਹੁਤ ਵਧੀਆ ਤਰੀਕਾ ਹੈ ਜੀ। ਕਿਉਂਕਿ 3 ਸਾਲ ਜਦੋਂ ਉਮਰ ਵੱਧ ਜਾਂਦੀ ਹੈ ਤਾਂ ਇੱਕ ਵਾਰੀ ਗੈਪ ਬਹੁਤ ਵੱਡਾ ਆਏਗਾ। ਹੁਣ ਜਦੋਂ ਕਾਨੂੰਨ ਬਣ ਜੂਗਾ ਤਾਂ ਤੁਸੀਂ ਇੱਕ ਨੋਟ ਕਰੋਗੇ ਕਿ 60 ਤੋਂ 65% ਮੈਰਿਜਸ ਘਟ ਜਾਣਗੀਆਂ ਜੀ। ਉਹ ਕਿਹੜੇ ਵਰਗ ਦੀਆਂ ਘਟਣਗੀਆਂ? ਜਿਹੜੇ ਅਕਸਰ ਪਾਪੂਲੇਸ਼ਨ ਦੇ ਵਿੱਚ ਵਾਧਾ ਕਰਨ ਦੇ ਵਿੱਚ ਯੋਗਦਾਨ ਪਾਉਂਦੇ। ਬਹੁਗਿਣਤੀ ਗਰੀਬ ਜੀ, ਅਨਪੜ੍ਹ, ਇਹ ਬਹੁਤ ਵੱਡੀ ਗਿਣਤੀ ਹੈ। ਫਿਰ ਆ ਜਾਂਦਾ ਜੀ ਏਜੰਡਾ ਕੀ ਹੈ। ਹੁਣ ਮੈਂ ਏਜੰਡੇ ਤੇ ਆਉਣਾ ਜੀ। ਹੁਣ ਇਸਲਾਮ ਕੀ ਬੋਲਦਾ ਹੈ? ਇਸਲਾਮ ਬੋਲਦਾ ਹੈ ਕਿ ਮੁੰਡਾ 16 ਸਾਲ ਦਾ ਤੇ ਕੁੜੀ 12 ਸਾਲ ਦੀ ਜੀ, ਇਹ ਸ਼ਾਦੀ ਕਰਵਾ ਸਕਦੇ ਆ ਜੀ। ਹੁਣ ਸਰਕਾਰ ਕਿਹਦੀ ਹੈ? ਬੀਜੇਪੀ ਦੀ। ਏਜੰਡਾ ਕੀ ਹੈ? ਘੱਟ ਗਿਣਤੀਆਂ ਨੂੰ ਦੱਬਣ ਦਾ। ਘੱਟ ਗਿਣਤੀਆਂ ਦੇ ਵਿੱਚ ਸਭ ਤੋਂ ਵੱਡਾ ਟਾਰਗੇਟ ਕੌਣ ਨੇ? ਮੁਸਲਮਾਨ ਜੀ। ਆਬਾਦੀ ਮੁਸਲਮਾਨਾਂ ਦੀ ਲਗਾਤਾਰ ਜਿਹੜੀ ਆ ਭਾਰਤ ਦੇ ਵਿੱਚ ਵੱਧ ਰਹੀ ਹੈ ਜੀ। ਪਿੱਛੇ ਜੇ ਇਹਨਾਂ ਨੇ ਤਲਾਕ ਦਾ ਲਿਆਉਣ ਦੀ ਕੋਸ਼ਿਸ਼ ਕੀਤੀ, ਉਹਦੇ ਉੱਤੇ ਇਹਨਾਂ ਨੂੰ ਮਾਰ ਖਾਣੀ ਪਈ। ਹੁਣ ਇੱਕ ਤਰੀਕੇ ਦੇ ਨਾਲ ਇੱਕ ਜਿਹਨੂੰ ਆਪਾਂ ਕਹਿ ਸਕਦੇ ਹਾਂ ਯੂਨੀਫਾਰਮ ਲਾ ਜੀ। ਯੂਨੀਫਾਰਮ ਲਾ ਦਾ ਮਤਲਬ ਕੀ ਹੋ ਗਿਆ? ਸਾਰੀਆਂ ਤੇ ਹੀ ਲਾਗੂ ਹੋ ਗਿਆ ਵੀ ਭਾਈ ਤੁਸੀਂ 21 ਸਾਲ ਤੋਂ ਪਹਿਲਾਂ ਮੈਰਿਜ ਨਹੀਂ ਕਰਵਾ ਸਕਦੇ। ਮੇਨ ਕੇਂਦਰੀ ਧੁਰਾ ਉੱਥੇ ਹੀ ਹੈ। ਦੇਖੋ, ਮੈਂ ਤੁਹਾਡੇ ਨਾਲ ਗੱਲ ਕੀ ਕਰ ਰਿਹਾ, ਮੈਂ ਇੱਕ ਪੱਤਰਕਾਰ ਹਾਂ ਜੀ। ਮੈਂ ਹਰ ਸ਼ੰਕਾ ਦੇ ਉੱਤੇ ਗੱਲ ਕਰੂੰਗਾ ਜੀ। ਮੇਰਾ ਪਹਿਲਾ ਪੱਤਰਕਾਰ ਦਾ ਕੰਮ ਕੀ ਹੈ? ਸ਼ੰਕਾ। ਮੈਨੂੰ ਕਿਸੇ ਸੱਜਣ ਨੇ ਕਿਹਾ ਕਿ ਕਹਿੰਦਾ ਪੱਤਰਕਾਰ ਤਾਂ ਦਿਮਾਗੀ ਤੌਰ ਦੇ ਉੱਤੇ ਬਿਮਾਰ ਹੁੰਦੇ ਨੇ। ਮੈਂ ਕਿਹਾ ਬਿਲਕੁਲ ਸਹੀ ਗੱਲ ਹੈ ਜੀ, ਕਿਉਂਕਿ ਅਸੀਂ ਸ਼ੱਕ ਕਰਨਾ। ਜੇ ਸ਼ੱਕ ਨਹੀਂ ਕਰਾਂਗੇ ਤਾਂ ਸਾਡੀ ਖਬਰ ਨਹੀਂ ਨਿਕਲਣੀ। ਬਿਲਕੁਲ। ਹੁਣ ਜਿਹੜੀ ਗੱਲ ਮੈਂ ਅੱਜ ਤੁਹਾਨੂੰ ਕਹਿ ਰਿਹਾ, ਸ਼ਾਇਦ ਕਿਸੇ ਪੱਤਰਕਾਰ ਨੇ ਗੱਲ ਨਾ ਕੀਤੀ ਹੋਵੇ ਜੀ। ਹੁਣ ਮੁਸਲਿਮ ਪਾਪੂਲੇਸ਼ਨ ਨੂੰ ਕੰਟਰੋਲ ਕਰਨਾ। ਜੇ ਤਾਂ ਕਹਿੰਦੇ ਆ ਜੀ ਇਕੱਲੇ ਮੁਸਲਿਮ ਹੀ ਕਰਨਗੇ ਤਾਂ ਫਿਰ ਤੁਹਾਡਾ 3 ਤਲਾਕ ਵਾਲਾ ਰੌਲਾ ਪੈ ਗਿਆ ਜੀ। ਵੀ ਸਾਡੇ ਜਿਹੜਾ ਲਾਅ ਹੈ, ਜਿਹੜਾ ਸਾਡੀ ਸ਼ਰੀਅਤ ਹੈ ਜਾਂ ਸਾਡਾ ਉਹ ਹੈ, ਤਾਂ ਉਹਦੇ ਉੱਤੇ ਸਿੱਧਾ ਅਟੈਕ ਹੋ ਗਿਆ ਜੀ। ਤੁਸੀਂ ਸਾਨੂੰ ਮਾਈਨੋਰਟੀਜ਼ ਨੂੰ ਇੱਕ ਡੈਮੋਕ੍ਰੇਟਿਕ ਕੰਟਰੀ ਦੇ ਵਿੱਚ, ਡੈਮੋਕ੍ਰੇਟਿਕ ਤਾਂ ਬੜੀਆਂ ਹੁੰਦੀਆਂ ਨੇ ਪਰ ਜਿਹੜੀ ਇੱਕ ਧਰਮ ਨਿਰਪੱਖ ਦੇਸ਼ ਕੋ ਹੁੰਦਾ, ਭਾਰਤ ਇੱਕ ਧਰਮ ਨਿਰਪੱਖ ਦੇਸ਼ ਹੈ ਜੀ, ਇਹਦਾ ਕੌਨਸਟੀਟਿਊਸ਼ਨ ਹੈ, ਤੇ ਉਹਦੇ ਵਿੱਚ ਤੁਸੀਂ ਕਿਸੇ ਦੇ ਉੱਤੇ ਦਬਾਅ ਨਹੀਂ ਪਾ ਸਕਦੇ ਜੀ। ਪਰ ਬੇਸ਼ੱਕ ਭਾਰਤ ਦਾ ਕੌਨਸਟੀਟਿਊਸ਼ਨ ਮੈਨੂੰ ਨਹੀਂ ਪਤਾ ਵੀ ਕਿਹੜੇ ਢੰਗ ਨਾਲ ਚੱਲਿਆ। ਹੁਣ ਕੈਨੇਡਾ ਹੈ, ਕੈਨੇਡਾ ਕਿਹੜਾ ਧਰਮ ਨਿਰਪੱਖ ਹੈ ਨਹੀਂ
ਜੀ ਕਿ ਅਮਰੀਕਾ ਧਰਮ ਨਿਰਪੱਖ ਹੈ ਨਹੀਂ। ਸਾਡੇ ਮੁਸਲਿਮ ਭਰਾ ਉੱਥੇ ਜਾ ਕੇ ਉੱਥੋਂ ਦਾ ਕਾਨੂੰਨ ਮੰਨਦੇ ਨੇ, ਜਿਹੜੇ ਉੱਥੋਂ ਦੇ ਸਿਟੀਜ਼ਨ ਆ ਉੱਥੇ ਤਲਾਕ ਨਾਲ ਖੜਾ ਨਹੀਂ ਛੁੱਟਦਾ। ਬਿਲਕੁਲ। ਪਰ ਉੱਥੇ ਆਬਾਦੀ ਬੜੀ ਵੱਧ ਰਹੀ ਹੈ। ਤੁਸੀਂ ਦੇਖੋ ਉੱਥੇ ਜਿੰਨੇ ਮੁਸਲਿਮ ਭਰਾ ਨੇ 5-5 6-6 10 ਦਾ ਜਵਾਕ ਜੰਮੀ ਜਾਂਦੇ ਨੇ ਜੀ। ਠੀਕ ਹੈ, ਫਿਰ ਦੂਜਾ ਵਿਆਹ ਨਹੀਂ ਕਰਵਾ ਸਕਦੇ, ਉੱਥੋਂ ਦਾ ਲਾ ਨਹੀਂ ਪਰਮਿਟ ਕਰਦਾ, ਪਰ ਜਵਾਕ ਜੰਮਣ ਤੇ ਤਾਂ ਕੋਈ ਰੋਕ ਨਹੀਂ। ਸਾਡੇ ਵਾਲਿਆਂ ਦੇ ਵਿੱਚ ਇੱਕ ਬਹੁਤ ਵੱਡੀ ਗੱਲ ਹੈ ਕਿ ਸਾਡੇ ਵਾਲੇ ਜਿਵੇਂ ਪੰਜਾਬ 'ਚੋਂ ਗਏ ਜ਼ਮੀਨਾਂ ਘੱਟਦੀਆਂ ਸੀ, ਕਿਉਂਕਿ ਪਹਿਲਾਂ ਮਾਈਗ੍ਰੇਟ ਕਿਹਨੇ ਕੀਤਾ? ਕਿਸਾਨ ਜ਼ਮੀਨ ਵਾਲੇ ਪਰਿਵਾਰਾਂ ਨੇ ਕੀਤਾ, ਭਾਵੇਂ ਜੱਟ ਸਿੱਖ ਸੀ, ਭਾਵੇਂ ਰਮਦਾਸੀਆ ਸਿੱਖ ਸੀ, ਕੋਈ ਵੀ ਸੀ, ਉਹਨਾਂ ਦੇ ਜ਼ਮੀਨ ਸੀ। ਹੁਣ ਇੱਥੇ ਇੱਕ ਬਹੁਤ ਵੱਡਾ ਡਰ ਸੀ ਵੀ ਅਸੀਂ ਜ਼ਮੀਨ ਕਰਕੇ ਬਾਹਰ ਗਏ ਹਾਂ, ਜ਼ਮੀਨਾਂ ਘੱਟ ਗਈਆਂ, ਤੇ ਉੱਥੇ ਜਾ ਕੇ ਵੀ ਉਹੀ ਡਰ ਰਹਿ ਗਿਆ ਵੀ ਜਵਾਕ ਇੱਕ ਰੱਖਣਾ ਜੀ। ਮਨੋਸਥਿਤੀ ਨਹੀਂ ਬਦਲੀ। ਹੁਣ ਉਹਦੇ 'ਚ ਕੀ ਚੀਜ਼ ਹੋ ਗਿਆ ਕਿ ਜਿਹੜੇ ਸਿੱਖ ਕਮਿਊਨਿਟੀ ਆ ਐਗਜ਼ੈਕਟਲੀ, ਕਿਉਂਕਿ ਮੈਂ ਹੁਣੇ ਗੱਲ ਕੀਤੀ ਹੈ, ਇੱਕ ਸੋਸ਼ੀਓਲੋਜੀ ਦੇ ਵਿੱਚ ਇੱਕ ਚੈਪਟਰ ਹੁੰਦਾ ਸੀਗਾ ਕਿ ਕੋਈ ਵੀ ਜਿਹੜੀ ਆ ਕੌਮ ਹੈ ਉਹਦੀ ਜੇਕਰ ਜਨਮ ਦਰ ਕਿੰਨੇ % ਤੋਂ ਘੱਟ ਜਾਂਦੀ ਹੈ ਤਾਂ ਉਹ ਐਲੀਮੀਨੇਸ਼ਨ ਕਰਨੀ ਤੁਰ ਪੈਂਦੀ ਹੈ, ਤੇ ਉਹ ਸਿੱਖਾਂ ਦੀ ਸਥਿਤੀ ਹੋ ਰਹੀ ਹੈ ਜੀ। ਦੇਖੋ ਜੇ ਅੱਜ ਚੱਲ ਪਈਏ ਤਾਂ ਜਿਹੜੇ ਢੰਗ ਨਾਲ ਅਸੀਂ ਚੱਲੇ ਹੋਏ ਹਾਂ ਤਾਂ ਪਾਪੂਲੇਸ਼ਨ ਸਾਡੀ ਪਰਸੈਂਟੇਜ ਵਾਈਜ਼ ਐਲੀਮੀਨੇਟ ਹੋ ਜੂਗੀ। ਅਸੀਂ ਪੁਆਇੰਟਾਂ 'ਚ ਰਹਿ ਜਾਾਂਗੇ, ਕਿਉਂਕਿ ਅਸੀਂ ਸਾਡੇ ਤੁਸੀਂ ਨੋਟ ਕਰੋ ਕਿ ਕਿੰਨੇ ਹੀ ਪਰਿਵਾਰ ਜਿਹੜੇ ਹੈਗੇ ਉਹਨਾਂ ਦੇ ਇੱਕ ਬੱਚਾ ਜਾਂ 2 ਨੇ। ਸਾਡੇ ਬਜ਼ੁਰਗਾਂ ਤੇ ਨਿਗਾਹ ਮਾਰੋ, ਕਿਸੇ ਦੇ 5 ਸੀ, ਕਿਸੇ ਦੇ 7 ਸੀ, ਕਿਸੇ ਦੇ 8 ਸੀ, ਦਾਦਿਆਂ ਕੰਨੀਏ ਜੀ। ਸਾਡੇ ਪਿਤਾ ਜੀ ਹੋਰੀ ਜੇਕਰ 5 ਭਾਈ ਸੀਗੇ, 1 ਭੈਣ ਸੀ, ਦਾਦਾ ਜੀ ਹੋਰੀ 4 ਭਾਈ ਸੀ, 2 ਭੈਣਾਂ ਸੀ ਜੀ, ਤਾਂ 6, ਇੱਧਰ ਵੀ 6, ਬਿਲਕੁਲ 5-5 6-6। ਜੇ ਮੇਰੇ ਨਾਨਾ ਜੀ ਹੋਰਿਆਂ ਕੰਨੀ ਕੱਢ ਦੋ, 3 ਮੁੰਡੇ 3 ਕੁੜੀਆਂ 6। ਸੰਵੇਦਨਸ਼ੀਲ ਮੁੱਦੇ ਨੂੰ ਵਿਚਾਰ ਰਹੇ ਹੋ ਤੁਸੀਂ, ਬਿਲਕੁਲ ਸਹੀ ਕਹਿ ਰਹੇ ਹੋ। 2% ਵਾਲੇ ਆਪਾਂ ਨੂੰ ਹੁਣ ਕਿਹਾ ਜਾਂਦਾ ਤਾਂ ਫਿਰ ਪੁਆਇੰਟਾਂ 'ਚ ਆ ਜਾਵਾਂਗੇ। ਸੋ ਚੀਜ਼ ਕੀ ਹੋ ਗਈ ਕਿ ਇਸੇ ਤਰ੍ਹਾਂ ਜਿਹੜੀ ਆਬਾਦੀ ਨੂੰ ਕੰਟਰੋਲ ਕਰਨ ਦਾ ਤਰੀਕਾ ਜਿਹੜਾ ਇਹ ਅਡਾਪਟ ਕੀਤਾ ਗਿਆ ਜੀ, ਕਿਉਂਕਿ ਹਿੰਦੂ ਮੈਰਿਜ ਐਕਟ ਦੇ ਵਿੱਚ ਤਾਂ 18 ਸਾਲ ਸੀ, ਪਰ ਜਦੋਂ ਤੁਸੀਂ ਮੁਸਲਿਮ ਦੇ ਵਿੱਚ ਗੱਲ ਕਰਦੇ ਤਾਂ ਤੁਸੀਂ 12 ਸਾਲ ਕੁੜੀ ਦਾ ਸ਼ਾਦੀ ਕਰ ਸਕਦੇ 16 ਸਾਲ ਦੇ ਵਿੱਚ। ਹੁਣ ਜਿਹੜੀ ਕੁੜੀ ਪ੍ਰੋਡਕਟਿਵ ਹੋ ਗਈ, ਮੁਟਿਆਰ ਤੇ ਗੱਭਰੂ ਦੇ ਵਿੱਚ ਮਹਿਣਾ ਕੀ ਹੈ? ਮੁਟਿਆਰ ਮੈਨੇ ਮਾਂ ਬਣਨ ਦੇ ਲਾਇਕ ਜੀ, ਗੱਭਰੂ ਮੈਨੇ ਗਰਭ ਧਾਰਨ ਕਰਾਉਣ ਦੇ ਲਾਇਕ ਜੀ। ਜਦੋਂ ਗੱਭਰੂ ਹੋ ਗਿਆ ਮੁੰਡਾ ਮੀਨਸ ਹੀ ਇਜ਼ ਫਿਟ ਫॉर ਮੈਰਿਜ ਜੀ, ਜਿਹੜੀ ਮੁਟਿਆਰ ਹੋ ਗਈ ਫਿਟ ਫॉर ਮੈਰਿਜ। ਹੁਣ ਜੇਕਰ ਵੇਖੀਏ ਤਾਂ 12-13 ਸਾਲ ਪੁਰਾਣੀਆਂ ਸਾਡੀਆਂ ਪੜਦਾਦੀਆਂ ਜਿਹੜੀਆਂ ਸੀ ਉਹ 13-13 14-14 ਸਾਲ ਦੀਆਂ ਵਿਆਹ ਦਿੰਦੇ ਸੀ, ਪਰ ਉਹਨਾਂ ਦੇ ਮਰਨ ਦਰ ਕਿੰਨੀ ਸੀ ਇਹ ਵੀ ਤਾਂ ਨੋਟ ਕਰੋ। ਬਿਲਕੁਲ ਜੀ। ਪਰ ਉਦੋਂ ਖੁਰਾਕਾਂ ਚੰਗੀਆਂ ਸੀਗੀਆਂ ਤਾਂ ਕੱਢ ਜਾਂਦੇ ਸੀ, ਪਰ ਜਣੇਪੇ ਦੇ ਵਿੱਚ ਕਿੱਡੀ ਵੱਡੀ ਪਰਸੈਂਟੇਜ ਸੀਗੀ ਮਰਨ ਦਰ ਦੀ, ਉਹ ਤਾਂ ਕਿਸੇ ਨੇ ਹਜੇ ਤੱਕ ਆਪਣੇ ਕੋਲ ਡੇਟਾ ਹੀ ਨਹੀਂ ਹੈਗਾ ਕੋਈ, ਕਿਉਂਕਿ ਉਦੋਂ ਕਿਸੇ ਨੇ ਨੋਟ ਹੀ ਨਹੀਂ ਕੀਤਾ ਸੀ। ਫਿਰ ਪੜ੍ਹੇ ਲਿਖੇ ਸਭ ਤੋਂ ਪਹਿਲਾਂ ਜੇ ਆਪਾਂ ਗੱਲ ਕਰੀਏ ਜੈਨ ਸਿੱਖ, ਇਹ 2 ਧਰਮ ਨੇ ਜਿਹੜੇ ਭਾਰਤ ਦੇ ਵਿੱਚ ਐਡਵਾਂਸ ਮੰਨੇ ਜਾਂਦੇ ਸੀ, ਤੇ ਇਹਨਾਂ ਨੇ ਸ਼ਾਦੀਆਂ ਜਿਹੜੀਆਂ ਡਿਲੇ ਕੀਤੀਆਂ 18 ਤੇ ਆ ਗਈਆਂ। ਇਹ ਇੱਕ ਬਹੁਤ ਵੱਡਾ ਮੈਂ ਕਹਿ ਸਕਦਾ ਕਾਰਨ। ਹੁਣ ਇੱਕ ਤਰੀਕੇ ਦੇ ਨਾਲ ਮੁਸਲਿਮ ਆਬਾਦੀ ਘਟਾਉਣ ਦੇ ਨਾਲ ਜੀ ਉਹ ਜਦੋਂ ਹਿੰਦੂ 18 ਤੋਂ 21 ਹੋ ਗਏ ਤਾਂ 16 ਤੋਂ 13-12 ਤੋਂ ਜਿਹੜਾ ਉਹਨਾਂ ਦਾ ਲਾ ਸੀਗਾ, 13 ਤੋਂ ਜੋ ਉਹਨਾਂ ਦੀ ਸ਼ਰੀਅਤ, ਜੋ ਉਹਨਾਂ ਦਾ ਧਾਰਮਿਕ ਲਾ ਸੀ, ਉਹ ਵੀ 21 ਤੇ ਚਲੇ ਗਏ ਜੀ। ਤਾਂ ਇੱਕ ਤਰ੍ਹਾਂ ਨਾਲ ਤੁਹਾਡੀ ਪਾਪੂਲੇਸ਼ਨ ਦੇ ਉੱਤੇ ਬਹੁਤ ਵੱਡਾ ਫੁੱਲ ਸਟਾਪ ਲੱਗੂਗਾ, ਕੌਮਾ ਲੱਗੂਗਾ, ਫੁੱਲ ਸਟਾਪ ਨਹੀਂ ਕੌਮਾ ਲੱਗੂਗਾ। ਇੱਕ ਦਹਾਕੇ ਤੋਂ ਬਾਅਦ, ਇੱਕ ਦਹਾਕਾ ਨਹੀਂ ਜੀ, ਕਿਉਂ ਇੱਕ ਦਹਾਕੇ ਦੀ ਗੱਲ ਕਰਦੇ ਹੋ ਤੁਸੀਂ? ਜੇ ਅੱਜ ਲਾਗੂ ਹੋ ਗਿਆ ਜੀ ਤਾਂ ਸਮਝ ਲਓ ਵੀ ਜਿਹੜੀ ਕੁੜੀ ਅੱਜ 18 ਸਾਲ ਦੀ ਉਹ ਤਾਂ 3 ਸਾਲਾਂ ਦੇ ਵਿਆਹ ਚਲਾ ਗਿਆ ਜੀ, ਜਿਹੜਾ ਉਹਨੇ ਬੱਚੇ ਨੂੰ ਜਨਮ ਦੇਣਾ ਸੀ ਉਹ ਤਾਂ 3 ਸਾਲਾਂ ਬਾਅਦ ਦੇਊਗੀ। ਪਰ ਦਾਨੇਵਾਲੀ ਸਾਹਿਬ, ਪਰ ਇਹਦੇ ਰਿਜ਼ਲਟ ਤੁਹਾਨੂੰ ਅਗਲੀ ਸਾਲ ਹੀ ਮਿਲਣੇ ਸ਼ੁਰੂ ਹੋ ਜਾਣਗੇ। ਇਹ ਤਾਂ ਅੰਕੜਿਆਂ ਦੀ ਖੇਡ ਹੋ ਗਈ। ਦੇਖੋ ਜਿਹੜਾ ਗ੍ਰਾਸ ਰੂਟ ਲੈਵਲ ਤੇ ਜਿਹੜੇ ਗਰੀਬੀ ਰੇਖਾ ਤੋਂ ਹੇਠਾਂ ਪਰਿਵਾਰ ਰਹਿ ਰਹੇ ਨੇ, ਕੀ ਤੁਹਾਨੂੰ ਲੱਗਦਾ ਕਿ ਫੋਰਸਫੁਲੀ ਇਹ ਲਾਅ ਨੂੰ ਦੇਖੋ ਗੱਲ ਕੀ ਹੁੰਦੀ ਹੈ ਕਿਤੇ ਨਾ ਕਿਤੇ ਟੁੱਟਦਾ ਨਜ਼ਰ ਆਊਗਾ ਜਾਂ ਇਹਨੂੰ ਇੰਪਲੀਮੈਂਟ ਕਰਨ ਲਈ? ਅਸਲ ਜਦੋਂ ਰਜਿਸਟਰਡ ਕਰਾਉਣਗੇ, ਦੇਖੋ ਗੱਲ ਕੀ ਹੁੰਦੀ ਆ, ਉਹਨਾਂ ਨੇ ਤਾਂ ਰਜਿਸਟਰਡ ਕਰਾਉਣਾ ਨਹੀਂ, ਅਨਪੜ੍ਹਾਂ ਨੇ ਜਿਹੜੇ ਝੁੱਗੀ ਝੋਂਪੜੀ ਵਾਲੇ ਹੋਰ ਆ, ਦੇ ਆਰ ਨਾਟ ਬੋਦਰਡ ਅਬਾਊਟ ਦਾ ਪਾਪੂਲੇਸ਼ਨ। ਉਹ ਕਹਿੰਦੇ 5 ਜੰਮ ਗਿਆ ਇੱਥੇ, ਤੁਸੀਂ ਆਪਣੇ ਬਠਿੰਡੇ ਆ ਜਾਓ, ਬੱਤੀਆਂ ਵਾਲਾ ਚੌਂਕ ਆ, ਨਿੱਕੇ ਨਿੱਕੇ ਬੱਚੇ ਮੰਗਦੇ ਨੇ, ਮਾਂ ਪਿਓ ਉਹਨਾਂ ਤੋਂ ਪੈਸੇ ਫੜਦੇ ਆ, ਸਾਹਮਣੇ ਠੇਕਾ ਪਊਆ ਲੈ ਲੈਂਦੇ ਆ। ਉਹ ਜੰਮਦੇ ਹੀ ਇਸ ਕਰਕੇ ਆ ਕਿ ਬੱਚੇ ਮੰਗਣ ਲਾਉਣੇ ਆ, ਪਰ ਬੱਚੇ ਪੜ੍ਹਦੇ ਆ। ਬਹੁਤ ਵੱਡੀ ਚੀਜ਼ ਗੱਲ ਹੈ ਕਿ ਬੱਚੇ ਪੜ੍ਹਦੇ ਨੇ, ਹੈਗੇ ਪ੍ਰਵਾਸੀ ਮਜ਼ਦੂਰ ਬੱਚੇ ਸਰਕਾਰੀ ਸਕੂਲਾਂ 'ਚ ਪੜ੍ਹਦੇ ਆ। ਮੈਂ ਪੂਰਨੇ ਪਾਉਂਦੇ ਦੇਖਿਆ ਕਾਰ ਦੇ ਮਗਰਲੇ ਪਾਸੇ, ਮੈਨੂੰ ਪਤਾ ਲੱਗ ਗਿਆ ਕਿ ਬੱਚੇ ਪੜ੍ਹਦੇ ਨੇ। ਫਿਰ ਮੈਂ ਉਹਨਾਂ ਦਾ ਸਮਾਂ ਬਤੀਤ ਕੀਤਾ, ਕਿਉਂਕਿ ਉਹ ਮੇਰੇ ਮਨ ਦੇ ਵਿੱਚ ਸੀ ਵੀ ਮੈਂ ਇਹਨਾਂ ਦੀ ਇੰਟਰਵਿਊ ਰਿਕਾਰਡ ਕਰਾਂ ਜੀ, ਪਰ ਉਹ ਮੈਨੂੰ ਪਛਾਣਨ ਲੱਗ ਪਏ। ਹੁਣ ਉਹ ਮੇਰੇ ਤੋਂ ਭੱਜ ਜਾਂਦੇ ਦੇਖ ਕੇ, ਮੇਰੇ ਤੋਂ ਪੈਸਾ ਨਹੀਂ ਮੰਗਦੇ, ਉਹਨੂੰ ਪਤਾ ਵੀ ਅੰਕਲ ਨੇ ਪੈਸਾ ਨਹੀਂ ਦੇਣਾ। ਹੁਣ ਕੀ ਚੀਜ਼ ਆ, ਉਹੀ ਇੱਕ ਸੈਕਸ਼ਨ ਹੈ ਜਿਹੜਾ ਇੱਕ ਬਹੁਤ ਵੱਡਾ ਕੰਸਰਨ ਆ ਪਾਪੂਲੇਸ਼ਨ ਦੇ ਵਿੱਚ, ਤਾਂ ਉਹੀ ਸਭ ਤੋਂ ਵੱਡਾ ਯੋਗਦਾਨ ਪਾਉਂਦੇ ਆ ਜੀ।
ਪਰ ਅਸਲ ਮਨਸ਼ਾ ਜਿਹੜੀ ਮੈਂ ਤੁਹਾਨੂੰ ਦੱਸੀ ਹੈ ਉਹ ਹੈ ਮੁਸਲਿਮ ਪਾਪੂਲੇਸ਼ਨ ਨੂੰ ਕੰਟਰੋਲ ਕਰ। ਜ਼ਿਆਦਾ ਪ੍ਰਭਾਵਸ਼ਾਲੀ ਇਹੀ ਮਨਸ਼ਾ ਜਿਹੜੀ ਹੈ ਉਹ ਹੈ ਉਹਨੂੰ ਲੈ ਕੇ ਹੀ ਇਹ ਕਾਨੂੰਨ ਬਣਾਏ ਨਜ਼ਰ ਆ ਦੂਜੇ ਪਾਸੇ ਵੀ ਲੈ ਲਓ। ਜਿਹੜੀ ਮੈਂ ਇੱਕ ਗੱਲ ਕਰਦਾ, ਇਹ ਵੀ ਇੱਕ ਦੇਖੋ, ਹੁਣ ਇੱਕ ਬੱਚਾ ਹੈਗਾ 17 ਸਾਲ 364 ਦਿਨਾਂ ਦਾ ਜੀ, ਕੀ ਇੱਕ ਦਿਨ ਨਾਲ ਉਹਨੂੰ ਅਕਲ ਆ ਗਈ? ਬਿਲਕੁਲ ਨੁਕਤਾ ਵਿਚਾਰਨ ਵਾਲਾ। ਕੀ ਇੱਕ ਦਿਨ ਨਾਲ ਉਹਨੂੰ ਅਕਲ ਆ ਗਈ? ਜੀ, ਹੁਣ ਕਈ ਕੇਸਿਸ ਮੇਰੇ ਸਾਹਮਣੇ ਨੇ, ਕੁੜੀ 18 ਸਾਲ ਦੀ ਹੋਈ, ਘਰੋਂ ਭੱਜ ਗਈ ਵਿਆਹ ਕਰਾਉਣ ਨੂੰ। ਜੀ, ਲਾ ਕੀ ਕਹਿੰਦਾ ਜੀ? ਕਰਾ ਸਕਦੇ, ਪੂਰਨ ਅਖਤਿਆਰ। ਪੂਰਨ ਅਖਤਿਆਰ ਹੈ। ਉਹਨਾਂ ਨੇ ਇੱਕ ਮੰਦਿਰ ਜਾਂ ਗੁਰਦੁਆਰੇ ਜਾਂ ਚਰਚ ਜਾ ਕੇ ਸ਼ਾਦੀ ਕਰ ਲਈ। ਸ਼ਾਦੀ ਦੇਖੋ, ਇੱਕ ਬਹੁਤ ਵੱਡੀ ਤੁਹਾਨੂੰ ਇੱਕ ਚੀਜ਼ ਦੱਸਦਾ, ਲੋਕਾਂ ਦੇ ਵਿੱਚ ਮਿਸਕਨਸੈਪਸ਼ਨ ਹੈ ਕੋਰਟ ਮੈਰਿਜ। ਨੋ, ਕੋਰਟ ਮੈਰਿਜ ਸ਼ਬਦ ਭਾਰਤ ਦੇ ਵਿੱਚ ਕੋਈ ਨਹੀਂ ਹੈਗਾ ਜੀ। ਆਪ ਮੁਹਾਰੇ ਇਹ ਕੀ ਹੈ? ਉਪਜਿਆ ਹੋਇਆ ਸ਼ਬਦ ਆ। ਇਹ ਕੀ ਚੀਜ਼ ਹੈ ਕਿ ਤੁਸੀਂ ਸ਼ਾਦੀ ਕਿੱਥੇ ਕਰਾਉਣੇ? ਧਾਰਮਿਕ ਸਥਾਨ ਤੇ ਜੀ। ਉੱਥੋਂ ਫਿਰ ਤੁਸੀਂ ਫੋਟੋਆਂ ਲੈ ਕੇ ਜਾਂਦੇ ਹੋ, ਪ੍ਰੂਫ ਲੈ ਕੇ ਜਾਂਦੇ ਹੋ ਅਦਾਲਤ ਦੇ ਵਿੱਚ। ਅਦਾਲਤ ਦੇ ਵਿੱਚ ਲੈਂਦੇ ਹੋ ਤੁਸੀਂ ਪ੍ਰੋਟੈਕਸ਼ਨ, ਵੀ ਮੇਰਾ ਮਾਂ-ਬਾਪ ਮੈਨੂੰ ਮਾਰ ਦੂਗਾ, ਮੈਨੂੰ ਪੁਲਿਸ ਦੀ ਪ੍ਰੋਟੈਕਸ਼ਨ ਦਿੱਤੀ ਜਾਵੇ ਜੀ। ਹਰ ਜ਼ਿਲ੍ਹੇ ਦੇ ਵਿੱਚ ਇੱਕ ਪ੍ਰੋਟੈਕਸ਼ਨ ਹੋਮ ਬਣਿਆ ਯੰਗ ਕਪਲਸ ਦੇ ਲਈ। ਜੇ ਬਠਿੰਡੇ ਸੈਨਿਕ ਭਵਨ ਦੇ ਵਿੱਚ ਬਣਿਆ, ਬਿਲਕੁਲ ਲਗਭਗ ਹਰੇਕ ਹੀ ਜ਼ਿਲ੍ਹੇ ਸੈਨਿਕ ਭਵਨ 'ਚ ਬਣਿਆ। ਹੁਣ ਉੱਥੇ ਉਹ ਉਹਨਾਂ ਨੂੰ ਰੱਖਦੇ ਆ, ਰੋਟੀ ਚਾਹ ਪਾਣੀ ਪਿਆਉਂਦੇ ਆ, ਬਾਹਰ ਪੁਲਿਸ ਲੱਗੀ, ਅੰਦਰ ਰਹੀ ਜਾਓ, ਕਮਰੇ ਦਿੱਤੇ ਵੀ ਉਹਨਾਂ ਨੂੰ ਪ੍ਰੋਟੈਕਸ਼ਨ ਹੈਗੀ ਹੈ। ਅਦਾਲਤ ਕਹਿੰਦੀ ਹੈ ਪ੍ਰੋਟੈਕਸ਼ਨ ਦਿਓ, ਕਿਉਂਕਿ ਇੰਟਰਕਾਸਟ ਮੈਰਿਜ ਹੈ। 90% ਤਾਂ ਇੰਟਰਕਾਸਟ ਮੈਰਿਜ ਹੁੰਦੀਆਂ ਨੇ ਜੀ। ਇਹਦੇ ਵਿੱਚ ਜਿਹੜੇ ਘਰੋਂ ਭੱਜ ਕੇ ਕਰਾਉਂਦੇ ਆ, ਜਾਂ ਫਿਰ ਉਹਨਾਂ ਦਾ ਰਾਬਤਾ ਆਪਸ ਵਿੱਚ ਮੇਲ ਨਹੀਂ ਖਾਂਦਾ ਹੁੰਦਾ, ਤਾਂਹੀਓ ਤਾਂ ਅਦਾਲਤ ਦੀ ਸ਼ਰਨ 'ਚ ਜਾਂਦੇ ਆ। ਹੁਣ ਜਿਹੜੇ ਅਦਾਲਤ ਦੀ ਸ਼ਰਨ ਚਲੇ ਜਾਂਦੇ ਆ, ਉਹਨਾਂ ਨੂੰ ਕੀ ਕਹਿੰਦੇ ਨੇ? ਉਹਨਾਂ ਨੂੰ ਕਹਿੰਦੇ ਆ ਜੀ ਕੋਰਟ ਮੈਰਿਜ। ਇੱਕ ਕਾਲਰ ਸਾਡੇ ਨਾਲ ਆ ਜੀ। ਜੀ, ਵੇਖਦੇ ਆ ਕੀ ਕਹਿੰਦੇ ਨੇ। ਹੈਲੋ, ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ। ਕੌਣ ਬੋਲ ਰਹੇ ਹੋ? ਹੈਲੋ, ਆਵਾਜ਼ ਚਲੋ ਸ਼ਾਇਦ ਕਾਲ ਕੱਟੇਗੀ, ਕਾਲ ਕੱਟ ਆਵਾਜ਼ ਨਹੀਂ। ਬਿਲਕੁਲ ਜੀ। ਜੀ, ਦਾਨੇਵਾਲੀ ਸਾਹਿਬ, ਤੁਸੀਂ ਇਸ ਦੇ ਤਫਸੀਲ ਦੇ ਵਿੱਚ ਦੱਸ ਰਹੇ ਸੀਗੇ ਕਿ ਕੀ ਕਾਰਨ ਆ। ਅੱਛਾ, ਇਹ ਤਾਂ ਗੱਲ ਹੋ ਗਈ। ਉਹ ਹੁਣ ਤੁਸੀਂ ਘਰੋਂ ਭੱਜਣ ਦੀ ਜਿਹੜੀ ਪ੍ਰਵਿਰਤੀ ਹੈ ਜੀ, ਹੁਣ ਬੱਚਾ ਜਿਹੜਾ 18 ਸਾਲ ਦਾ, ਮੈਨੂੰ ਨਹੀਂ ਲੱਗਦਾ ਕਿ ਐਡਾ ਮੈਚਿਓਰ ਹੁੰਦਾ ਕਿ ਆਪਦਾ, ਦੇਖੋ ਬਾਹਰਲੇ ਦੇਸ਼ਾਂ ਨਾਲ ਨਾ ਕੰਪੇਅਰ ਕਰੋ, ਕੋਈ ਸ਼ੱਕ ਨਹੀਂ। ਜੇ ਬਾਹਰਲੇ ਦੇਸ਼ਾਂ ਨਾਲ ਅਸੀਂ ਕੰਪੇਅਰ ਕਰੀਏ ਤਾਂ ਪੰਜਾਬ ਦੇ ਦਿੱਲੀ ਦੇ ਵਿੱਚ ਨਿਰਭੈ ਕਾਂਡ ਦਾ ਹੁੰਦਾ, ਬਲਾਤਕਾਰ ਨਾ ਹੁੰਦੇ, ਇੱਥੇ ਕੁੜੀਆਂ ਦੇ ਹੋਸਟਲ ਅਲੱਗ ਨਾ ਹੁੰਦੇ। ਦੇਖੋ ਮੈਂ ਇੱਕ ਚੀਜ਼ ਤੁਹਾਨੂੰ ਕਹਿੰਦਾ, ਠੀਕ ਹੈ ਜੀ, ਹੁਣ ਕੁੜੀਆਂ ਦੇ ਜਿਹੜੇ ਸਕੂਲ ਨੇ, ਹੋਸਟਲ ਨੇ, ਉਹ ਅਲੱਗ ਕੀਤੇ ਜਾਂਦੇ। ਕਾਲ ਆ ਰਹੀ ਹੈ ਜੀ। ਸਵਾਗਤ ਹੈ ਜੀ ਪ੍ਰੋਗਰਾਮ ਸ਼ਮਾਦਾਨ ਦੇ ਵਿੱਚ। ਕੌਣ ਬੋਲ ਰਹੇ ਹੋ, ਕਿੱਥੋਂ ਬੋਲ ਰਹੇ ਹੋ ਜੀ? ਸਤਿ ਸ਼੍ਰੀ ਅਕਾਲ ਦਰਵੀਰ ਜੀ ਤੇ ਦਾਨੇਵਾਲੀ ਸਾਹਿਬ। ਹਰਮੇਲ ਸਿੰਘ ਧਾਲੀਵਾਲ ਬੋਲਦਾ ਕੈਨੇਡਾ ਤੋਂ। ਜੀ ਹਰਮੇਲ ਜੀ, ਸਤਿ ਸ਼੍ਰੀ ਅਕਾਲ ਜੀ। ਭਾਈ ਬਹੁਤ ਵਧੀਆ ਪ੍ਰੋਗਰਾਮ ਤੁਸੀਂ ਆ। ਮੈਂ ਬਾਈ ਨੂੰ ਸਿਫਾਰਿਸ਼ ਵੀ ਕੀਤੀ, ਬਹੁਤ ਸੋਹਣੀ ਗੱਲਬਾਤ ਬਾਈ ਜੀ ਲੈ ਕੇ ਆਉਂਦੇ, ਕਿਉਂਕਿ ਬਾਈ ਨੂੰ ਬਹੁਤ ਜ਼ਿਆਦਾ ਜਾਣਕਾਰੀ ਹੈ ਤੇ ਹਨਾ ਤੁਸੀਂ ਬਹੁਤ ਤਰੀਕੇ ਨਾਲ ਕਰਦੇ ਹੋ, ਤਰੀਕਾਕਾਰ ਪ੍ਰੋਗਰਾਮ। ਜੀ ਬਹੁਤ ਵਧੀਆ ਗੱਲ ਪਹਿਲਾਂ ਤੇ ਇਹਦੇ ਲਈ। ਦੂਜੀ ਗੱਲ ਬਾਈ ਜੀ, ਆ ਤੁਸੀਂ ਜਿਹੜੀ ਕਰ ਰਹੇ ਹੋ ਨਾ, ਇਹ ਮਤਲਬ ਕੀ ਠੀਕ ਆ, ਆਪਾਂ ਇਹ ਵੀ ਕੰਟਰੋਲ ਦੀ ਇੱਕ ਹੈਗੀ ਚੀਜ਼ ਹੈ ਕਿ ਜਿਹੜਾ ਪ੍ਰਵਾਸ ਵਾਲਾ ਕੰਮ ਆ ਨਾ ਬਾਈ ਜੀ, ਉਹਦੇ ਵਿੱਚ ਵੀ ਇਹਦੀ ਇਨਵੋਲਵਮੈਂਟ ਬਹੁਤ ਜ਼ਿਆਦਾ ਹੈਗੀ ਹੈ। ਤੁਹਾਨੂੰ ਪਤਾ ਹੀ ਹੈਗਾ ਹੁਣ ਬੇਅੰਤ ਕੌਰ ਵਾਲਾ ਕਿੰਨਾ ਕੇਸ ਚੱਲਿਆ। ਬਿਲਕੁਲ ਬਿਲਕੁਲ, ਮੈਂ ਉਸੇ ਬਿਲਕੁਲ ਜੀ ਉਹ ਸੀ ਤੇ ਹੁਣ ਇੱਥੇ ਵੀ ਹੋਰ ਵੀ ਕੁੜੀਆਂ ਬਹੁਤ ਸਾਰੀਆਂ ਦੇਖੀਆਂ ਵੀਆਂ ਤੇ ਜਾਂ ਜਿਹੜੇ ਬੰਦੇ ਕਈ ਉੱਥੇ ਮਾੜੇ ਬੰਦੇ ਕਈ ਹੈਗੇ ਨਾ, ਉਹ ਮਤਲਬ ਮੇਰੀ ਆਪਣੀ ਧੀ ਹੋਊਗੀ, ਮੈਂ 18 ਸਾਲ ਦੀ ਉਹਦਾ ਵਿਆਹ ਨਹੀਂ ਕਰੂੰਗਾ। ਮਤਲਬ ਕੀ ਲੋਕੀ ਉੱਥੇ ਇੰਨਾ ਮਤਲਬ ਭੜਕਾਉਂਦੇ। ਮੈਂ ਘੱਟੋ ਘੱਟ 4-5 ਬੰਦਿਆਂ ਨੂੰ ਕਿਹਾ, ਮੈਂ ਕਿਹਾ ਯਾਰ ਤੁਸੀਂ ਮਾੜੀ ਮੋਟੀ ਅਕਲ ਨੂੰ ਹੱਥ ਮਾਰੋ। ਜੇ ਬੱਚੇ ਆਪਣੇ ਕਹਿਣੇ ਦੇ ਵਿੱਚ ਅੱਜ ਹੈਗੇ ਆ, ਇਹਦਾ ਮਤਲਬ ਇਹ ਥੋੜੀ ਇਹਨੂੰ ਤੁਸੀਂ ਜਿੱਥੇ ਮਰਜ਼ੀ ਨਰੜਦੇ ਹੋ ਪਸ਼ੂ ਵਾਂਗੂ ਜਾ ਕੇ, ਇਹ ਗੱਲ ਨਹੀਂ ਹੈਗੀ ਕੋਈ। ਉਹਦੀ ਉਮਰ ਦੇਖੋ ਯਾਰ, ਮਤਲਬ ਉਹ ਸਿਰਫ ਕੀ ਲਾਲ ਚੱਕ ਕੇ ਬਾਹਰ ਨੂੰ ਮਤਲਬ ਰਿਸ਼ਤਾ ਕਰ ਦਿਓ, ਕੋਈ ਨਹੀਂ 18 ਸਾਲ ਦੀ ਹੈ, ਕੋਈ ਨਹੀਂ ਹੁੰਦਾਗਾ। ਮਤਲਬ ਉਹ ਵੀ ਇੱਕ ਚੀਜ਼ ਦਾ ਬਹੁਤ ਵਧੀਆ ਇਹ ਜੀ ਮਤਲਬ ਕਹਿੰਦਾ ਕਿ ਉਹ ਸਾਡੀਆਂ ਧੀਆਂ ਧਾਣੀਆਂ ਵਾਸਤੇ ਬਹੁਤ ਵੱਡਾ ਕੰਮ ਹੋਇਆ ਇਹ ਜੀ। ਮੈਂ ਬਿਲਕੁਲ ਉਸੇ ਮਕਸਦ ਤੇ ਵੀ ਹੋਣਾ ਸੀ, ਰੁਕੂਗਾ ਨਾ ਜੀ। ਹਾਂਜੀ ਬਾਈ ਜੀ, ਕਿਉਂਕਿ ਪਾਪੂਲੇਸ਼ਨ ਦਾ ਹਿੱਸਾ ਬਣ ਗਿਆ ਨਾ, ਪ੍ਰਵਾਸ ਨੂੰ ਵੇਖ ਕੇ ਨਹੀਂ ਲਾਇਆ ਗਿਆ ਇਹ। ਪ੍ਰਵਾਸ ਤਾਂ ਕੱਲਾ ਪੰਜਾਬ ਦਾ ਨਹੀਂ ਪ੍ਰਵਾਸ ਨਹੀਂ ਬਾਈ ਜੀ, ਪਰ ਇਹਦਾ ਪ੍ਰਵਾਸ ਦੀ ਗੱਲ ਨਹੀਂ ਕਰ ਰਿਹਾ। ਮੈਂ ਕਿਹਾ ਜੀ ਇਹਦੇ ਵਿੱਚ ਮਤਲਬ ਪੋਜ਼ਿਟਿਵ ਇੱਕ ਪੱਖੀ ਮਤਲਬ ਮੈਂ ਕਿਹਾ ਜੀ ਉਹਨੂੰ ਹੰਗਾਰਾ ਮਿਲੂਗਾ। ਇੱਕ ਜਿਹੜੀਆਂ ਧੀਆਂ ਦੇਣੀਆਂ ਵਿਚਾਰੀਆਂ ਹੁਣ ਮਾਂ-ਬਾਪ ਤੋਂ ਬਾਹਰ ਨਹੀਂ ਹੈਗੀਆਂ, ਕਹਿਣੇ ਦੇ ਬੱਚੇ ਤਕਰੀਬਨ ਬਹੁਤ ਘੱਟ ਹੈ, 1-2% ਹੀ ਹੁੰਦੀਆਂ। ਜੀ ਬਾਈ ਜੀ, ਬਿਲਕੁਲ ਬਾਈ ਜੀ। ਇੱਕ ਤਲਾਕਦਾਰਾ ਜਿਹੜੀ ਉਹਦੇ ਵਿੱਚ ਵੀ ਗਿਰਾਵਟ, ਉਸੇ ਤੇ ਹੀ ਆਉਣਾ ਨਾ ਮੈਂ ਨੋਟ ਕਰਨ ਵਾਲੀ। ਦੇਖੋ ਮੈਂ ਜਿਹੜੀ ਗੱਲ ਤੇ ਆ ਰਿਹਾ ਸੀ ਜੀ, ਹੁਣ ਕੀ ਚੀਜ਼ ਹੈ ਕਿ 18 ਸਾਲ ਦਾ ਬੱਚਾ ਘਰੋਂ ਭੱਜ ਗਿਆ ਜੀ। ਹੁਣ ਅਲਾਊਡ ਹੈ 18 ਸਾਲ ਦੇ ਵਿੱਚ, 21 ਸਾਲ ਦਾ ਮੁੰਡਾ ਅਲਾਊਡ ਸੀ। ਜੀ, ਹੁਣ
ਕਿ 21 ਸਾਲ ਦੇ ਮੁੰਡੇ ਨੂੰ ਤਾਂ ਅਕਲ ਮੈਂ ਮੰਨ ਸਕਦਾ, ਪਰ 21 ਸਾਲ ਦੇ ਵਿੱਚ ਉਹ ਇੰਨਾ ਕੀ ਹੁਸ਼ਿਆਰ ਨਹੀਂ ਹੁੰਦਾ, ਪਰ ਉਹਦੇ ਵਿੱਚ ਉਹਦਾ ਇੱਕ ਨਿੱਜ ਛੁਪਿਆ ਹੁੰਦਾ ਸੀ ਵੀ ਕੁੜੀ ਛੋਟੀ ਆ, ਲਵ ਮੈਰਿਜ ਹੋ ਗਈ, ਚੱਲ ਲੈ ਕੇ ਨਿਕਲ ਜਾਂਦੇ ਆ, ਪਰ ਉਹ ਅੱਗਾ ਨਹੀਂ ਸੋਚਦੇ ਸੀ। ਪਰ ਜੇ ਕੁੜੀਆਂ ਇਸ ਉਮਰ ਦੇ ਵਿੱਚ ਸਿਆਣੀਆਂ ਬੜੀਆਂ ਹੋ ਜਾਂਦੀਆਂ, ਜਦੋਂ 20 ਸਾਲ ਦੇ ਵਿੱਚ ਪਹੁੰਚਦੀਆਂ ਨਾ, ਕੁੜੀਆਂ ਮੁੰਡੇ ਨਾਲੋਂ ਜ਼ਿਆਦਾ ਸਿਆਣੀਆਂ ਹੁੰਦੀਆਂ ਨੇ ਜੀ। ਉਹਨਾਂ ਦਾ ਕੁੜੀਆਂ ਨੂੰ ਆਪਦਾ ਭਵਿੱਖ ਆ ਜਿਹੜਾ, ਬਿਲਕੁਲ ਜੀ, ਉਹ ਬੜਾ ਅੱਛੀ ਤਰ੍ਹਾਂ ਨਾਲ ਸਮਝ ਆ ਜੂ ਬਾਈ ਵਾਲੀ ਗੱਲ। ਫਿਰ ਦੂਜੀ ਗੱਲ, ਜਿਹੜਾ ਪ੍ਰਵਾਸ ਦੇ ਉੱਤੇ ਵੀ ਆ ਗਿਆ, ਦੇਖੋ ਪ੍ਰਵਾਸ ਦੇ ਉੱਤੇ ਵੀ ਬਹੁਤ ਵੱਡਾ ਅੰਕੁਸ਼ ਲੱਗੂਗਾ, ਰੋਕ ਲੱਗੂਗੀ। ਕਾਰਨ ਕੀ ਹੈ, ਦੇਖੋ ਇਹਦੇ ਨਾਲ ਹੁਣ ਨੋਟ ਕੀ ਹੈ ਕਿ ਆਪਣੇ ਅਜੀਤ ਰੋਡ ਹੈ, ਅਜੀਤ ਰੋਡ ਦੇ ਉੱਤੇ ਮੈਂ ਹੈਰਾਨ ਹੁੰਦਾ ਕਿ ਕਈ ਮੁੰਡੇ ਜਿਹੜੇ ਵਿਹਲੜ ਨੇ, ਪੜ੍ਹਦੇ ਨਹੀਂ, 4 ਪੈਸੇ ਹੈਗੇ, ਮਾਂ ਪਿਓ ਕਹਿੰਦਾ ਕੋਈ ਨਹੀਂ ਕਾਕਾ ਕਿੱਲਾ ਵੇਚ ਦਿਆਂਗੇ, ਤੇ ਇੱਕ ਉਹਨੂੰ ਦਿੱਲੀੋਂ ਲਿਆ ਦਿੰਦੇ ਆ ਟੁੱਟੀ ਜੀ ਗੱਡੀ 1.5 ਪੌਣੇ 2 ਲੱਖ ਦੀ, 4-5 ਜਾਣੇ ਰਲ ਪੈਂਦੇ ਆ, ਤੁਸੀਂ ਨੋਟ ਕਰਿਓ, ਤੇ ਗੱਡੀ 'ਚ ਬਹਿ ਕੇ ਤੇਲ ਪਵਾ ਲੈਂਦੇ, ਤੇ ਜਿਉਂ ਉਹ 1 ਕਿਲੋਮੀਟਰ ਆਏ ਤੇ 1 ਕਿਲੋਮੀਟਰ ਆਏ 5-7 ਦੀ ਸਪੀਡ ਦੇ ਵਿੱਚ ਨਾ ਜੋ ਉੱਥੇ ਕਰਦੇ ਆ ਕੰਮ, ਵੀ ਕਹਿਣ ਤੋਂ ਭਾਵ ਵੀ ਨਜ਼ਰ ਉਹਨਾਂ ਦੀ ਹੁੰਦੀ ਹੈ ਵੀ ਅਸੀਂ ਕੁੜੀ ਕਿਹੜੀ ਨਾਲ ਤਾਲੁਕਾਤ ਬਣਾਉਣੇ ਆ। ਉਹ ਕੋਸ਼ਿਸ਼ ਉਹਨਾਂ ਦੀ ਹੁੰਦੀ ਹੈ ਵੀ ਇੱਧਰ ਗੱਪ ਮਾਰ ਕੇ ਇੱਕ ਕੁੜੀ ਨਾਲ, ਦੂਜੀ ਨਾਲ, ਤੀਜੀ ਨਾਲ, ਚੌਥੀ ਨਾਲ, 4 ਪਾਸੇ ਹੋ ਗਏ। ਜੇ ਕਿਸੇ ਨੂੰ ਚਾਹ ਪਾਣੀ ਤੇ ਲੈ ਗਏ ਹੋਰ ਠੀਕ ਹੈ, ਤੇ ਉੱਥੋਂ ਉਹਨਾਂ ਦੀ ਇਹ ਹੁੰਦੀ ਵੀ ਜਿਹੜੀ ਕੁੜੀ ਨੇ ਆਈਲੈਟ ਕਲੀਅਰ ਕੀਤਾ ਉਸੇ ਨਾਲ ਹੀ ਆਪਦੀ ਗਾਠੀ ਪਾਈ, 4 ਪੈਸੇ ਲਾਏ, ਉਹਨੂੰ ਉਹਦੇ ਬਾਈ ਜੀ ਵਾਲੀ ਗੱਲ ਵੀ ਬਾਹਰ ਭੇਜਿਆ ਤੇ ਨਾਲ ਆਪ ਚੜ੍ਹ ਗਏ। ਹੁਣ ਉੱਥੇ ਜਾ ਕੇ ਕੀ ਹੈ ਜੀ, ਉੱਥੇ ਕਹਿੰਦੇ ਤਾਂ ਕੰਟਰੈਕਟ ਮੈਰਿਜ ਹੈ। ਤੁਸੀਂ ਇਹ ਵੀ ਇੱਕ ਬੜੀ ਬਦਕਿਸਮਤੀ ਹੈ ਸਾਡੇ ਪੰਜਾਬੀ ਭਾਈਚਾਰੇ ਦੀ ਕਿ ਜਿਹੜੀ ਬੱਚੀ ਉੱਧਰੋਂ ਆ ਕੇ ਤੁਹਾਨੂੰ ਵਿਆਹ ਕਰਕੇ ਜਾਂਦੀ ਹੈ, ਇੱਥੋਂ ਦੇ ਮੁੰਡਿਆਂ ਦਾ ਇੱਕ ਬਹੁਤ ਘਟੀਆ ਸੋਚ, ਮੈਂ ਕਹਿੰਦਾ ਸ਼ਬਦ ਕਹਿੰਦੇ ਮੁੰਡਾ ਕੱਢ ਕੇ ਲਿਆਉਣਾ ਜਾਂ ਕੁੜੀ ਕੱਢ ਕੇ ਲਿਆਉਣੀ। ਕੱਢ ਕੇ ਲਿਆਉਂਦਾ ਮਤਲਬ ਵੀ ਕੈਨੇਡਾ ਲੈ ਕੇ ਜਾਣੀ, ਇੰਡੀਆ 'ਚੋਂ ਕੱਢ ਕੇ ਲਿਆਉਣਾ। ਹੁਣ ਉਹਨੂੰ ਇਹ ਪਤਾ ਹੁੰਦਾ ਕਿ ਮੈਂ ਇੱਕ ਬੜੀ, ਜਿਹਨੂੰ ਮੈਂ ਕਹਿੰਦਾ ਕਿ ਲਿਟਰਲੀ ਮੈਨੂੰ ਕੋਈ, ਤੁਸੀਂ ਗਾਲਾਂ ਵੀ ਸ਼ਾਇਦ ਮੇਰੇ ਲਿਸਨਰਸ ਮੈਨੂੰ ਕੱਢਣ ਵੀ, ਯਾਰ ਤੂੰ ਗੱਲ ਕੀ ਛੇੜੀ ਆ, ਮੇਰੇ ਨਾਲ ਗਲਤ ਵੀ ਮੇਰੇ ਸ਼ਬਦ ਪ੍ਰਯੋਗ ਕਰ ਸਕਦਾ, ਪਰ ਇੱਕ ਚੀਜ਼ ਉਹਦੇ ਵਿੱਚ ਸਾਡਾ ਇੱਕ ਨਿੱਜ ਛੁਪਿਆ ਹੁੰਦਾ। ਫਿਰ ਉੱਥੇ ਜਾ ਕੇ ਕੀ ਹੁੰਦਾ, ਯਾਰ ਇਹ ਤਾਂ ਪੈਸੇ ਦੇ ਕੇ ਕੰਟਰੈਕਟ ਆ, ਅਸੀਂ ਗੱਲ ਜੀ ਕੀਤੀ ਸੀ, ਤਲਾਕ ਹੀ ਲੈਣਾ ਜਾ ਕੇ। ਜਿਹੜੇ ਵਿਆਹ ਦੀ ਨਿਉ ਤਲਾਕ ਦੇ ਉੱਤੇ ਹੀ ਵੱਜੀ ਵੀ ਆ। ਬਿਲਕੁਲ ਜੀ। ਮੈਨੂੰ ਇੱਕ ਬੰਦੇ ਨੇ ਬੜੀ ਅੱਛੀ ਗੱਲ ਕਹੀ, ਮੈਂ ਕਿਸੇ ਨੂੰ ਕਾਰ ਦਵਾਉਣ ਜਾ ਵੜਿਆ ਜੀ, ਤੇ ਮੈਂ ਕਿਹਾ ਯਾਰ ਗੱਡੀ ਦਾ ਰੰਗ ਬੜਾ ਸੋਹਣਾ ਲੈ ਲਓ, ਸਰਸੇ ਅਸੀਂ ਗਏ ਸੀ ਜੀ। ਉਹ ਕਹਿੰਦਾ ਰਹਿਣ ਦਿਓ ਬਾਈ ਜੀ, ਜੇ ਲੱਗ ਗਈ ਤਾਂ। ਉਹ ਜਿਹੜਾ ਬੰਦਾ ਕੋਲੇ ਇੱਕ ਹੋਰ ਗੱਡੀ ਲੈਣ ਆਈ ਕਹਿੰਦਾ ਸਰਦਾਰ ਜੀ ਤੁਸੀਂ ਜੱਟ ਹੋ ਜੀ? ਮੈਂ ਕਿਹਾ ਹਾਂਜੀ। ਕਹਿੰਦਾ ਤਾਈਏ। ਮੈਨੂੰ ਬੜਾ ਦੁੱਖ ਜਿਹਾ ਹੋਇਆ ਯਾਰ, ਬੰਦੇ ਨੇ ਟੌਂਚ ਮਾਰਿਆ ਸੀ, ਮੇਰੇ ਵਰਗਾ ਬੜਬੋਲਾ ਜਾਈ ਕਈਆਂ ਤੋਂ ਰਿਹਾ ਨਹੀਂ ਜਾਂਦਾ ਹੁੰਦਾ। ਮੈਂ ਉਹਨੂੰ ਜੱਫੀ ਜੀ ਪਾਈ, ਬਾਹਰ ਲੈ ਗਿਆ, ਥੋੜਾ ਜਿਹਾ ਪਸੀਨਾ ਜਾ ਗਿਆ ਵੀ ਕਿਤੇ ਮੈਨੂੰ ਲਪੇੜੇ ਨਾ ਚੜ੍ਹਦੇ। ਮੈਂ ਕਿਹਾ ਬਾਈ ਜੀ ਤੁਸੀਂ ਗੱਲ ਬੜੀ ਕਹੀ, ਕਹਾਣੀ ਕੀ ਹੈ? ਕਹਿੰਦਾ ਯਾਰ ਮੈਨੂੰ ਇੱਕ ਦੁੱਖ ਹੁੰਦਾ, ਤੁਸੀਂ ਨਵੀਂ ਗੱਡੀ ਲੈਣ ਆਏ ਹੋ, ਪਹਿਲਾਂ ਹੀ ਨੈਗੇਟਿਵ, ਤੇ ਪਹਿਲਾਂ ਹੀ ਤੁਸੀਂ ਇਹ ਸੋਚ ਲਿਆ ਵੀ ਜੇ ਲੱਗ ਗਈ। ਕਹਿੰਦਾ ਤੁਹਾਡੇ 'ਚ ਇੱਕ ਹੋਰ ਬੜੀ ਘਾਟ ਹੈ, ਕਹਿੰਦਾ ਲੜਕੀ ਲਈ ਰਿਸ਼ਤਾ ਲੱਭੋਗੇ ਕਈ ਵਾਰੀ ਚੰਗਾ ਰਿਸ਼ਤਾ ਆ ਜਾਂਦਾ, ਨੌਕਰੀਸ਼ੁਦਾ, IAS IPS ਜਾਂ ਹੋਰ ਚੰਗੀ ਨੌਕਰੀ ਵਾਲਾ, ਤੁਸੀਂ ਪੁੱਛਦੇ ਵੀ ਜ਼ਮੀਨ ਕਿੰਨੀ ਹੈ? ਕਹਿੰਦਾ ਵੀ ਜਿਹੜਾ ਹੁਣ ਲੱਗਿਆ। ਕਹਿੰਦਾ ਕਿਉਂ? ਕਹਿੰਦਾ ਜੇ ਕੱਲ ਨੂੰ ਮੁੰਡੇ ਨੂੰ ਕੁਛ ਹੋ ਗਿਆ ਤਾਂ ਰੋਟੀ ਕਿੱਥੋਂ ਖਾਓਗੇ? ਵੀ ਕੁੜੀ ਵਿਆਹੁਣ ਤੋਂ ਪਹਿਲਾਂ ਤੁਸੀਂ ਵਿਧਵਾ ਭਾਲਦੇ ਹੋ। ਗਲਤ ਸੋਚਦੇ। ਸੋ ਇੱਥੋਂ ਜਦੋਂ ਅਸੀਂ ਤੁਰਦੇ ਹਾਂ ਤੇ ਸਾਡੀ ਨੀਤ ਦੇ ਵਿੱਚ ਪਹਿਲਾਂ ਕੀ ਹੁੰਦਾ? ਤਲਾਕ। ਬਿਲਕੁਲ ਜੀ। ਇੱਕ ਹੋਰ ਕਾਲਰ ਸਾਡੇ ਨਾਲ ਆ ਜੀ। ਜੀ ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ। ਹੈਲੋ। ਸਤਿ ਸ੍ਰੀ ਅਕਾਲ ਧੰਨਵਾਦ ਸਾਹਿਬ, ਦੋਵੇਂ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਜੀ। ਬਾਜਵਾ ਸਾਹਿਬ ਸਤਿ ਸ੍ਰੀ ਅਕਾਲ। ਧੰਨਵਾਦ ਸਾਹਿਬ, ਇਹ ਗੱਲ ਜਿਹੜੀ ਚੱਲਦੀ ਪਈ ਵੀ ਮੋਦੀ ਸਾਹਿਬ ਨੇ ਜਿਹੜਾ ਫੈਸਲਾ ਲਿਆ ਸਰਕਾਰ ਨੇ ਜੀ, ਤੁਸੀਂ ਆਪਣੇ ਹਿਸਾਬ ਨਾਲ, ਚਲੋ ਉਹ ਪਹਿਲਾਂ ਵੀ ਭਰਾ ਆਪਣੇ ਹਿਸਾਬ ਨਾਲ, ਹਰ ਇੱਕ ਦਾ ਨਜ਼ਰੀਆ ਆਪਣਾ ਆਪਣਾ ਹੈ, ਪਰ ਜਿਸ ਗੱਲ ਨੂੰ ਤੁਸੀਂ ਸ਼ੁਰੂ ਕੀਤਾ ਫੜਿਆ ਨਾ ਜੀ, ਉਹ ਗੱਲ 101% ਠੀਕ ਹੈ। ਜੇ ਮੁਸਲਮਾਨਾਂ ਦੇ ਆਧਾਰ ਤੇ ਜਾਂ ਉਸ ਧਰਮ ਦੇ ਆਧਾਰ ਤੇ ਗੱਲ ਚੁੱਕੀ ਤੁਸੀਂ, ਬਿਲਕੁਲ ਉਹ ਸਹੀ ਗੱਲ ਹੈ ਜੀ। ਜੀ ਦੂਜੀ ਗੱਲ ਇਹ ਹੈ ਕਿ ਚਲੋ ਵਿਚਾਰ ਆਪਣੇ ਆਪਣੇ ਆ ਕਿ ਜਿਹੜੇ ਅੱਜ ਦਾ ਤੇਜ਼ ਦੌਰ ਦਾ ਯੁੱਗ ਹੈ ਨਾ, ਇੰਟਰਨੈਟ ਸਾਡੇ ਹੱਥ ਵਿੱਚ ਫੜਿਆ ਹੋਇਆ, ਇਕੱਲੇ ਇਕੱਲੇ ਬੱਚੇ ਨੂੰ ਪਤਾ ਕੀ ਹੈ, ਜਾਨੀ ਮੈਂ ਕਹਾਂਗਾ ਕਿ ਇਹ ਗਰਮ ਯੁੱਗ ਹੈ ਜੀ। ਇਹਦੇ ਵਿੱਚ ਬਜਾਏ ਉਮਰ ਵਧਾਉਣ ਦੇ, ਮਤਲਬ ਜੇ ਘਟਾਉਂਦੀ ਨਹੀਂ ਤੇ ਉੱਥੇ ਵੀ ਰਹਿਣ ਦਿੱਤੀ ਜਾਂਦੀ 18 ਸਾਲ ਦੀ, ਤੇ ਠੀਕ ਸੀ। ਜਿੰਨਾ ਸਮਝਣਾ ਨਾ, ਨਾਲੇ ਦੇਖੋ ਤੁਸੀਂ ਜਿੱਦਾਂ ਕਹਿੰਦੇ ਨਾ ਕੁੜੀਆਂ ਤੇ ਡੇਕਾਂ, ਸਾਡੇ ਬਜ਼ੁਰਗ ਕਹਿੰਦੇ ਹੁੰਦੇ ਆ ਵੀ ਵਾਧਿਆਂ ਚਿਰ ਨਹੀਂ ਲੱਗਦਾ। ਬਿਲਕੁਲ ਜੀ ਬਿਲਕੁਲ। ਡੇਕ ਤਾਂ ਲਾਈ ਮਗਰੋਂ ਤੇ ਛਾਂ ਪਹਿਲਾਂ। ਇਹ ਝੱਟ ਜਵਾਨ ਹੋ ਜਾਂਦੀਆਂ ਨੇ। ਇਸ ਕਰਕੇ ਮਤਲਬ ਵੀ ਸਮਾਂ ਸਗੋਂ ਇਹ ਹੁਣ ਇਸ ਤਰ੍ਹਾਂ ਚੱਲਣ ਡਿਆ ਕਿ ਮਤਲਬ ਵੀ ਇਹਨੂੰ ਧੀ ਪੁੱਤ ਨੂੰ ਟਾਈਮ ਨਾਲ ਵਿਆਹ ਦਿੱਤਾ ਜਾਵੇ ਤੇ ਆਪ ਆਪਣੇ ਘਰੇ ਤੇ ਆਪਣੇ ਲੱਗ ਜਾਣ। ਤਾਂ ਇਹ ਨਹੀਂ ਮੈਂ ਕਹਿੰਦਾ ਵੀ 16 ਸਾਲਾਂ ਦੀ ਵਿਆਹ ਦੇ 14 ਦੀ ਵਿਆਹ ਦੇ, ਨਹੀਂ। ਜਿੱਥੇ ਪਹਿਲਾਂ ਬੰਦ ਬੰਨਿਆ ਸੀ ਨਾ, ਉਹ ਉਮਰ ਜਿਹੜੀ ਸੀ ਬਿਲਕੁਲ ਜਾਇਜ਼ ਸੀ, ਕਿਉਂਕਿ ਹੁਣ ਹਰ ਇੱਕ ਬੱਚੇ ਨੂੰ ਪਤਾ ਹਰ ਗੱਲ ਦਾ ਹੈਗਾ ਹੈ
ਤੇ ਇਹ ਕਰਕੇ ਬੱਚੇ ਵੇਖੋ ਕਿੱਦਾਂ ਭੱਜ ਕੇ ਤੇ ਦੌੜ ਕੇ ਵਿਆਹ ਕਰਾਉਂਦੇ। ਉਹਦਾ ਮਤਲਬ ਕੀ ਹੈ ਕਿ ਉਹਨਾਂ ਦੇ ਬਿਲਕੁਲ ਦੇਖੋ ਅੰਦਰ ਦੀ ਭੱਜ ਕੇ ਭਾਵਨਾ ਦੌੜਨ ਸਮਝਣ ਵਾਲੇ ਨੂੰ ਦੀ ਲੋੜ ਹੈ। ਦੇਖੋ ਬਾਜਵਾ ਸਾਹਿਬ ਭੱਜ ਕੇ ਦੌੜਨ ਵਾਲੇ ਤੋਂ ਤਾਂ ਰੋਕ ਲੱਗੂਗੀ ਇੱਕ ਤਰ੍ਹਾਂ ਨਾਲ, ਜਦੋਂ ਪਤਾ ਕਿ ਅਦਾਲਤ ਨੇ ਹਾਂ। ਪ੍ਰੋਟੈਕਸ਼ਨ ਨਹੀਂ ਦੇਣੀਗੀ, ਤੇ ਜਿਹੜਾ ਉਹਦਾ ਹਾਂ। ਵਿਆਹ ਕਰੂਗਾ ਉਹ ਵੀ ਫਸੂਗਾ। ਜਿਹੜੇ ਪਾਠੀ ਨੇ, ਹਾਂ, ਮੇਰਾ ਪੰਡਿਤ ਮੇਰਾ ਨੇ, ਕਹਿਣ ਦਾ ਪ੍ਰੀਸਟ ਮਤਲਬ ਨੇ, ਦੂਜਾ ਪੱਖ ਹੈ ਕਿ ਉਹਨਾਂ ਦੀ ਉਹ ਆਪਣੇ ਅੰਦਰ ਦੀ ਜਿਹੜੀ ਭਾਵਨਾ ਜਿਹੜੀ ਜ਼ਰੂਰਤ ਹੈ ਤਾਂ ਹੀ ਨਹੀਂ ਉਹਦੇ ਵਿੱਚ ਸਮਝਦੇ ਦੇਖੋ ਤਾਂ ਹੀ ਦੌੜਦੇ ਭਾਈ ਨਾ। ਕੰਸੈਂਟ ਟੂ ਸੈਕਸ ਦੇ ਵਿੱਚ ਏਜ ਨਹੀਂ ਚੇਂਜ ਕੀਤੀ ਗਈ, ਉਹ 18 ਸਾਲ ਹੈਗੀ ਆ। ਜੀ ਉਹ ਕੰਸੈਂਟ ਟੂ ਸੈਕਸ ਵਿਦ ਕੰਸੈਂਟ ਆ ਜਿਹੜੀ, ਉਹ 18 ਸਾਲ ਆ। ਕਿਉਂਕਿ ਜੇ ਮੈਂ ਗੱਲ ਕੀਤੀ 17 ਸਾਲ 364 ਦਿਨ ਦੇ ਵਿੱਚ ਜੇਕਰ ਬੱਚਾ ਇੰਡੀਵਿਜੂਅਲੀ ਆਪਦੀ ਕੰਸੈਂਟ ਨਾਲ ਦੋਵੇਂ ਮਾਈਨਰ ਸੈਕਸ ਕਰਦੇ ਸੀ ਤਾਂ ਖਾਸ ਕਰਕੇ ਮੁੰਡੇ ਦੇ ਉੱਤੇ ਬੜੀ ਗਾਜ ਡਿੱਗਦੀ ਸੀ। ਪਰ ਬਿਲਕੁਲ ਜੋ 18 ਹੋ ਜਾਂਦਾ ਸਾਹਿਬ ਕਿਸੇ ਦੀ ਬੱਚੀ ਵੇਖੋ, ਜੇ ਮਤਲਬ ਜਿੱਦਾਂ ਆਪਾਂ ਗੱਲ ਚੱਲਦੀ ਕਿ ਸਾਂਝੀ ਕਿਸੇ ਤੇ ਕਿੰਤੂ ਪਰੰਤੂ ਨਹੀਂ ਜੀ, 18 ਸਾਲ ਦੀ ਜਿੱਥੇ ਉਹ ਤੇ ਉਹਦੀ ਸ਼ਾਦੀ ਹੋ ਜਾਂਦੀ ਤੇ ਟਾਈਮ ਨਾਲ ਤੁਰ ਜਾਂਦੀ ਸੀ ਨਾ ਬਾਹਰ, ਤੇ ਚਲੋ ਕਿਸੇ ਗਰੀਬ ਦਾ ਮਕਾਨ ਵੀ ਬੜਾ ਪਿਆ ਤੇ ਉਹਦੇ ਵਿੱਚ ਭਲਾ ਵੀ ਹੋ ਜਾਂਦਾ। ਤੇ ਹੁਣ ਜੇ ਉਹ ਵਿਚਾਰਾ ਕੋਈ ਪੜ੍ਹਾ ਲਿਖਾ ਕੇ ਤੇ ਉਹਨੂੰ 21 ਸਾਲ ਤੱਕ ਪਹਿਲਾਂ ਵੇਖੇਗਾ, ਠੀਕ ਹੈ ਨਾ, ਉਹਦੇ ਵਿੱਚ ਜੇ ਫਾਇਦਾ ਵੀ ਹੋਣਾ ਤਾਂ ਉਹਦੇ ਵਿੱਚ ਕਈਆਂ ਦਾ ਨੁਕਸਾਨ ਵੀ ਹੋਣਾ। ਦੇਖੋ ਜੀ ਮੈਂ ਦੋਵੇਂ ਪਹਿਲੂ ਬਾਜਵਾ ਸਾਹਿਬ ਤੁਹਾਡੇ ਨਾਲ ਸਹਿਮਤ, ਅਸੀਂ ਦੋਹੇ ਹੀ ਪਹਿਲੂ ਦੇਖੋ ਸ਼ੀਸ਼ੇ ਦੇ ਦੋ ਪਾਸੇ ਹੁੰਦੇ ਨੇ, ਇੱਕ ਚਿਹਰਾ ਦਿਖਾਉਂਦਾ ਮਗਰਲੇ ਪਾਸੇ ਲਾਲ ਹੁੰਦਾ, ਠੀਕ ਹੈ, ਨਹੀਂ ਹੈ ਤਾਂ ਸ਼ੀਸ਼ਾ ਹੀ ਨਾ। ਤੁਸੀਂ ਤਵੇ ਤੇ ਰੋਟੀ ਪਕਾਉਂਦੇ ਹੋ, ਉਹਦਾ ਉੱਪਰਲਾ ਬੰਦਾ ਸਾਫ਼ ਹੁੰਦਾ, ਦੂਜਾ ਬੰਦਾ ਉਹਦਾ ਕਾਲਾ ਹੁੰਦਾ, ਉਹਦੇ ਮਨਸ਼ਾ ਪਿੱਛੇ ਬਸ ਪਿਛਲੇ ਹੇਠਲੇ ਪਾਸੇ ਤੇ ਫਿਰ ਰੋਟੀ ਨਹੀਂ ਪੱਕਦੀ ਜਿਹੜਾ ਇੱਕ ਵਾਰੀ ਹੇਠਾਂ ਕਰ ਲਿਆ, ਨਹੀਂ ਨਾ ਪੱਕਦੀ ਹੈ। ਇਹਦਾ ਦੂਜਾ ਬੰਦਾ ਦੇਖੀਏ ਤੇ ਉਹਦੇ ਪਿੱਛੇ ਕੋਈ ਮਨਸ਼ਾ ਹੁੰਦੀ, ਉਹ ਬੰਦਾ ਵਿਚਾਰਨ ਦਾ ਵੀ ਇਹੀ ਬੰਦਾ ਵਿਚਾਰਨ ਦਾ ਇਹੋ ਮਿਹਰਬਾਨੀ ਕੋਸ਼ਿਸ਼ ਸੀ। ਜੀ 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 ਧੰਨਵਾਦ ਸਾਹਿਬ। ਸੋ ਬਿਲਕੁਲ ਬਾਜਵਾ ਸਾਹਿਬ ਨੇ ਗੱਲ ਕੀਤੀ, ਆਪਾਂ ਵੀ ਉਹੀ ਗੱਲਾਂ ਵਿਚਾਰ ਰਹੇ ਹਾਂ। ਪਰ ਜਿਹੜੀ ਗੱਲ ਮੇਨ ਕੰਸਰਨ ਮੈਂ ਤੁਹਾਨੂੰ ਗੱਲ ਕੀਤੀ ਹੈ ਕਿ ਐਟਲੀਸਟ ਬੱਚਾ ਪੜ੍ਹ ਲੇਗਾ, ਐਜੂਕੇਸ਼ਨ ਵਧੇਗੀ, ਕਿਉਂਕਿ ਇਹ ਦੇਖੋ ਆਪਣਾ ਸਮਾਜ ਹੈ, ਭਾਰਤ ਹਜੇ ਇੰਨਾ ਵਿਕਸਿਤ ਨਹੀਂ। ਮੈਂ ਤੁਹਾਨੂੰ ਪਹਿਲਾਂ ਆਖਿਆ ਕਿ ਜੇ ਇੰਨਾ ਹੀ ਸਾਡੇ ਬੱਚਿਆਂ ਨੂੰ ਗਿਆਨ ਦਿੱਤਾ ਜਾਂਦਾ ਸਕੂਲਾਂ ਦੇ ਵਿੱਚ ਤੇ ਸ਼ਾਇਦ ਨਿਰਭੈ ਕਾਂਡ ਨਾ ਵਾਪਰਦਾ, ਬਿਲਕੁਲ ਨਾ ਵਾਪਰਦਾ। ਕਿਉਂਕਿ ਦੇਖੋ ਬਾਹਰ ਮੈਂ ਤੁਹਾਨੂੰ ਗੱਲ ਕਿਹਾ ਕਿ ਬਾਹਰ ਮੇਰੀ ਬੱਚੀ ਬਾਹਰ ਪੜ੍ਹਨ ਗਈ ਹੈ, ਹੋਸਟਲ 'ਚ ਰਹਿੰਦੇ ਨੇ, ਇੱਕੋ ਬਿਲਡਿੰਗ 'ਚ ਹੈ, ਉੱਥੇ ਮੁੰਡੇ ਵੀ ਰਹਿੰਦੇ, ਕੁੜੀਆਂ ਵੀ ਰਹਿੰਦੀਆਂ ਨੇ ਜੀ। ਪਰ ਤੁਸੀਂ ਐਂ ਦੱਸੋ ਆਪਣੀਆਂ ਯੂਨੀਵਰਸਿਟੀਆਂ ਦੇ ਵਿੱਚ ਕੁੜੀਆਂ ਦਾ ਹੋਸਟਲ ਮੁੰਡਿਆਂ ਦੇ ਹੋਸਟਲ ਨਾਲੋਂ ਕਿੰਨੀ ਦੂਰ ਕੀਤਾ ਹੋਇਆ, ਡਿਫਰੈਂਸ ਪਹਿਲਾਂ ਹੀ ਕ੍ਰੀਏਟ ਕੀਤਾ ਹੋਇਆ ਬਿਲਕੁਲ ਵੀ ਇੱਕ ਦੋਹਾਂ ਨੂੰ ਕੋ ਐਜੂਕੇਸ਼ਨ ਦਾ ਤੇ ਜਿਹੜੀਆਂ ਇੰਡੀਵਿਜੂਅਲ ਐਜੂਕੇਸ਼ਨ ਜਾਂ ਮੁੰਡਿਆਂ ਦੀ ਜਾਂ ਕੁੜੀਆਂ ਦੀ, ਉਹਨਾਂ ਦੀ ਸੋਚ ਦਾ ਦਿਨ ਰਾਤ ਦਾ ਫਰਕ ਆ ਮੁੰਡੇ ਕੁੜੀਆਂ ਦੇ। ਕਿਤੇ ਤਜਰਬਾ ਕਰ ਲਿਓ ਤੁਸੀਂ, ਇਹ ਅੱਜ ਦਾ ਨਹੀਂ ਸ਼ੁਰੂ ਤੋਂ ਹੀ ਹੈ, ਉਹਨਾਂ ਦੀ ਅਪਬ੍ਰਿੰਗਿੰਗ ਵੀ ਸ਼ੁਰੂ ਤੋਂ ਹੈ। ਠੀਕ ਹੈ 18 ਸਾਲ ਦੇ ਵਿੱਚ ਆਪਾਂ ਮੰਨਦੇ ਹਾਂ ਕਿ ਜੇ ਅਮਰੀਕਾ ਕੈਨੇਡਾ ਦੇ ਵਿੱਚ ਬੱਚੇ ਅਵੇਅਰ ਹੈ, ਉਹਨਾਂ ਨੂੰ ਸੋਸ਼ਲ ਹੈ, ਉਹਨਾਂ ਨੂੰ ਪਤਾ ਕਿ ਦਿਸ ਇਜ਼ ਕ੍ਰਾਈਮ, ਬਿਨਾਂ ਕੰਸੈਂਟ ਤੋਂ ਅਸੀਂ ਕਰਦੇ ਹਾਂ। ਇੱਥੇ ਅਸੀਂ ਜਿਹੜਾ ਸੈਕਸ਼ੂਅਲ ਅਬਿਊਜ਼ ਹੈ, ਜਿਹਨੂੰ ਆਪਾਂ ਬਲਾਤਕਾਰ ਕਹਿੰਦੇ ਹਾਂ, ਉਹਨੂੰ ਅਸੀਂ ਇੱਜ਼ਤ ਨਾਲ ਜੋੜ ਕੇ ਚੱਲਦੇ ਹਾਂ ਜੀ। ਇੱਕ ਬਹੁਤ ਵੱਡਾ ਡਰਾਬੈਕ ਆ ਕਿ ਜੇ ਕੁੜੀ ਨਾਲ ਹੁਣ ਉਹਦਾ ਕੀ ਕਸੂਰ ਆ ਬੱਚੇ ਦਾ, ਇੱਕ ਗੱਲ ਦੱਸੋ, ਉਹ ਸੈਕਸ਼ੂਅਲੀ ਅਬਿਊਜ਼ ਹੋਈ ਹੈ, ਹੁਣ ਉਹਨੂੰ ਅਸੀਂ ਇੱਜ਼ਤ ਨਾਲ ਜੋੜਦੇ ਹਾਂ, ਸਾਰੀ ਉਮਰ ਉਹ ਤੇ ਸਟਿਗਮਾ ਲੱਗ ਗਿਆ, ਉਹ ਬੱਚਾ ਬਾਹਰ ਹੀ ਨਿਕਲ ਸਕਦਾ, ਅਸੀਂ ਉਹਨੂੰ ਉੱਥੋਂ ਕੱਢਣ ਦੀ ਕੋਸ਼ਿਸ਼ ਨਹੀਂ ਕਰਦੇ, ਅਸੀਂ ਉਹਨੂੰ ਐਂ ਦੇਖਦੇ ਹਾਂ ਜੇ ਮੁਸਲਮਾਨ ਸੂਰ ਨੂੰ ਦੇਖਦਾ। ਬਿਲਕੁਲ ਜੀ, ਠੀਕ ਹੈ। ਇਹ ਹੁਣ ਗੱਲ ਕੀ ਹੈ ਕਿ ਇਹਦੇ ਵਿੱਚ ਦੇਖੋ ਇਹ ਐਜੂਕੇਸ਼ਨ ਦੀ ਕਮੀ ਹੈ, ਐਥਿਕਸ ਜਿਹੜੇ ਨਹੀਂ ਪੜ੍ਹਾਏ ਜਾਂਦੇ ਉਹਦੀ ਕਮੀ ਹੈ। ਇਹ ਜੋ ਅਸੀਂ ਦੇਖੋ ਭਾਰਤ ਦੇ ਵਿੱਚ ਇਕਨੋਮਿਕ ਸਟੇਟਸ ਬਹੁਤ ਜ਼ਿਆਦਾ ਨੇ, ਕੋਈ ਬੇਤਹਾਸ਼ਾ ਅਮੀਰ ਹੈ, ਕੋਈ ਇੰਨਾ ਕੀ ਗਰੀਬ ਹੈ ਜਿਹੜਾ ਘਾਹ ਦੀਆਂ ਰੋਟੀਆਂ ਖਾਈ ਜਾਂਦਾ। ਜੇ ਆਪਣੇ ਵਿਹੜਿਆਂ 'ਚ ਵੀ ਲੈ ਲਓ, ਗਰੀਬਾਂ ਦੇ ਘਰਾਂ 'ਚ ਵੀ ਲੈ ਲਓ, ਉਹਨਾਂ ਦਾ ਇੱਕ ਭਰਾ ਪਿਓ ਨੇ ਪੜ੍ਹਾਤਾ ਮਿਹਨਤ ਕਰਕੇ, ਉਹ ਪਟਵਾਰੀ ਲੱਗ ਗਿਆ, ਦੂਜੇ ਨੂੰ ਪੁੱਛਦਾ ਨਹੀਂ, ਉਹਦੇ ਘਰੇ ਮੋਟਰਸਾਈਕਲ ਵੀ ਆ, ਫਰਿੱਜ ਵੀ ਆ, ਸਾਰਾ ਕੁਝ, ਦੂਜੇ ਦੇ ਘਰੇ ਸਿਰਕੀ ਵਾਲੀ ਛੱਤ, ਸਕੇ ਭਰਾਵਾਂ ਦੇ ਸਮਾਜਿਕ ਪਾੜਾ ਬਹੁਤ ਵੱਡਾ। ਸੋ ਚੀਜ਼ ਕੀ ਹੈਗੀ ਕਿ ਜੇਕਰ 21 ਸਾਲ ਹੈ ਹੋ ਗਈ ਹੈ ਤਾਂ ਮੇਰੇ ਪੱਖ ਨਾਲ ਜੇਕਰ ਸਖਤੀ ਨਾਲ ਲਾਗੂ ਹੁੰਦਾ, ਸਖਤੀ ਤੇ ਇਹਦੇ ਉੱਤੇ ਕੀਤਾ ਜਾਂਦਾ ਹੈ, ਜੇ ਗਰੀਬਾਂ ਦੇ ਵਿੱਚ ਵੀ ਜਾਇਆ ਜਾਂਦਾ ਤਾਂ ਇਹਦਾ ਅਵਸ਼ ਫਾਇਦਾ ਹੋਏਗਾ। ਭਾਰਤ ਜਿਹੜਾ ਪਾਪੂਲੇਸ਼ਨ ਦੀ ਸਟਰਗਲ ਕਰ ਰਿਹਾ, ਬਿਲਕੁਲ ਆਪਾਂ ਦੇਖਦੇ ਹਾਂ ਦਾਨੇਵਾਲੀਆ ਸਾਹਿਬ ਕਿ ਜਿਹੜੇ ਮੱਧ ਵਰਗੀ ਪਰਿਵਾਰ ਨੇ ਉਹਨਾਂ ਦੀ ਕੋਸ਼ਿਸ਼ ਹੁੰਦੀ ਹੈ ਕਿ ਬੱਚੇ ਨੂੰ ਪੜ੍ਹਾਈਏ ਲਿਖਾਈਏ। ਦੇਖੋ ਤਾਂ 26 28 ਸਾਲ ਦੇ ਦੇਖੋ ਜਿਹੜੀ ਕੁੜੀ ਐਮਏ ਕਰਨ ਲੱਗ ਪਈ ਉਹਦਾ 25 ਸਾਲ ਟੱਪ ਗਈ। ਬਿਲਕੁਲ ਜੀ, ਵੈਰੀ ਕਲੀਅਰ। ਜਿਹੜੀ ਦੇਖੋ ਜੇ ਤਾਂ ਪੜ੍ਹਦੀ ਨੇ PhD ਕਰਨ ਲੱਗ ਪਈ ਤਾਂ ਆਪਾਂ ਮੰਨ ਲੈਂਦੇ ਹਾਂ ਜੀ। ਹੁਣ ਤਾਂ ਮੈਂ ਕਈ ਜਿਹੜੀਆਂ PhDਆਂ ਬੱਚੀਆਂ ਹੈਗੀਆਂ 30 32 ਸਾਲ ਦੀਆਂ ਵਿਆਹ ਕਰਾ ਰਹੀਆਂ। ਫਿਰ ਡਾਈਟ ਅੱਛੀ ਹੈ, ਹੋਰ ਹੈ, ਠੀਕ ਹੈ, ਕਨਸੀਵਿੰਗ ਦੇ ਵਿੱਚ ਪ੍ਰੋਬਲਮਸ ਆਉਂਦੀਆਂ ਨੇ, ਉਹ ਡਾਕਟਰ ਸ਼ਿੰਦਰ ਕੌਰ ਨਾਲ ਗੱਲ ਕਰਾਂਗੇ ਕਿ ਕਿਹੜੀ ਸਟੇਜ ਦੇ ਉੱਤੇ ਜਾ ਕੇ, ਕਿਉਂਕਿ ਮੈਂ ਸਮਾਜਿਕ ਤਾਂ ਗੱਲ ਕਰ ਸਕਦਾ ਜੀ, ਮੈਂ ਡਾਕਟਰੀ ਪੱਖ ਤੋਂ ਨਹੀਂ ਗੱਲ ਕਰ ਸਕਦਾਗਾ ਬਿਲਕੁਲ, ਪਰ ਸਮਾਜਿਕ ਤੌਰ ਤੇ ਮੈਂ ਇੱਕ ਗੱਲ ਕਹਿੰਦਾ ਕਿ 18 ਸਾਲ ਤੇ 21 ਸਾਲ ਦੇ ਨਾਲ ਮੈਂਟਲ ਡਿਵੈਲਪਮੈਂਟ ਹੈ ਜਿਹੜੀ ਤੁਹਾਡੀ ਸੋਚ ਹੈ, ਤੁਸੀਂ ਕਿਤੇ ਦੇਖ ਲਓ, ਤੁਸੀਂ ਚੰਗੀ ਨੌਕਰੀ ਲੱਗ ਜਾਂਦੇ ਹੋ। ਮੇਰੇ ਬੱਚੇ ਸਾਡੇ ਰਿਸ਼ਤੇਦਾਰੀਆਂ 'ਚ ਬੱਚੇ ਜਿਹੜੇ ਫੌਜ 'ਚ ਛੋਟੀ ਉਮਰ 'ਚ ਭਰਤੀ ਹੋ ਗਏ ਜੀ, ਵੀ 21 ਸਾਲ ਦੇ, ਇੱਕ ਬੱਚਾ ਤਾਂ 19 ਸਾਲ ਦਾ ਭਰਤੀ ਹੋ ਗਿਆ,
ਕਿਉਂਕਿ 18 ਸਾਲ ਏਜ ਹੈਗੀ, 19 ਸਾਲ 'ਚ ਤੁਸੀਂ ਭਰਤੀ ਹੋ ਗਿਆ। ਜੀ। ਹੁਣ ਉਹ 19 ਸਾਲ 'ਚ ਉਹਨੂੰ ਆਈ ਨਹੀਂ ਪਤਾ ਵੀ ਮੈਂ ਪੈਸੇ ਕਿਵੇਂ ਕਮਾਉਣੇ ਆ, ਕਿਵੇਂ ਰੱਖਣੇ ਆ, ਕੀ ਮੈਨੇਜਮੈਂਟ ਹੈ ਕੀ ਨਹੀਂ। ਹੀ ਸਟਿਲ ਅ ਕਿਡ। ਬਿਲਕੁਲ ਜੀ। ਉਹ ਡਿਵੈਲਪ ਹੀ ਨਹੀਂ ਹੋਣਾ ਉਹਨੇ, ਕਿਉਂਕਿ ਉਸ ਫੌਜ 'ਚ ਗਿਆ, ਫੌਜ ਦੇ ਵਿੱਚ ਸਿੱਧਾ ਡਿਸਪਲਿਨ 'ਚ ਆ ਗਿਆ। ਹੁਣ ਠੀਕ ਆ, ਫੌਜ ਦੇ ਹਿਸਾਬ ਨਾਲ ਤਾਂ ਜਿੱਥੇ ਮਰਜ਼ੀ ਪਹੁੰਚ ਜੇ, ਪਰ ਜਦੋਂ ਜਿਹੜੇ NDA ਦੇ ਬੱਚੇ ਨੇ। ਆਪਣੇ ਕੋਲ ਇੱਕ ਹੋਰ ਕਾਲਰ ਆ ਜੀ, ਗਏ ਨੇ ਜੀ। ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ। ਕੌਣ ਬੋਲ ਰਹੇ ਹੋ? ਹੈਲੋ। ਹਾਂਜੀ ਹਾਂਜੀ, ਸਤਿ ਸ੍ਰੀ ਅਕਾਲ ਜੀ ਨਵਾਜ਼ ਸਾਹਿਬ। ਸਤਿ ਸ਼੍ਰੀ ਅਕਾਲ ਜੀ ਪ੍ਰੀਤੀ ਰਾਜ ਜੀ। ਪਰੀਖਾ ਚੱਲ ਰਹੀ ਸ਼ਾਦੀ ਬਾਰੇ, ਬੱਚੀਆਂ ਦੇ ਬਾਰੇ। ਜੀ। ਇਹਦੇ ਵਿੱਚ ਜੀ ਜਿਹੜਾ ਇਹ ਦਾਨੀ ਮਲੀਆ ਸਾਹਿਬ ਨੇ ਹੁਣੇ ਗੱਲ ਕੀਤੀ ਵੀ ਆਪਾਂ ਅਣਖ ਨਾਲ ਜੋੜ ਲੈਂਦੇ ਹਾਂ ਚੀਜ਼ਾਂ ਨੂੰ। ਜੀ। ਆਪਣੇ ਭਾਰਤ ਦੀ ਸੰਸਕ੍ਰਿਤੀ ਤੇ ਖਾਸ ਕਰਕੇ ਪੰਜਾਬ ਦੀ ਲਾ ਲਓ, ਜੀ ਜੀ। ਆਪਣੇ ਚ ਮਾਦਾ ਹੈ ਨਹੀਂ ਜੀ ਬਰਦਾਸ਼ਤ ਕਰਨਾ ਧੀਆਂ ਭੈਣਾਂ ਦਾ। ਹੂੰ। ਇਹ ਬਚਪਨ ਤੋਂ ਜਿਵੇਂ ਬੱਚੇ ਪੜ੍ਹਦੇ ਆ ਪ੍ਰਾਇਮਰੀ ਤੋਂ ਲੈ ਕੇ, ਹੂੰ। ਜੇ ਉਹਨਾਂ ਦੇ ਵਿੱਚ ਇੱਕ ਜਿਵੇਂ ਹੁਣ ਕਾਮਰਸ ਕਿਤਾਬ ਲੱਗਦੀ ਆ, ਉਹ ਸਿੱਖਿਆ ਦੇ ਰਹੇ ਬੱਚਿਆਂ ਨੂੰ ਇਹਦੇ ਬਾਰੇ, ਜਿਵੇਂ ਬਦਲਾਵ ਆਉਂਦੇ ਆ ਬੱਚਿਆਂ ਵਿੱਚ, ਜੀ ਜੀ। ਉਹਨੂੰ ਕੰਟਰੋਲ ਕਰਕੇ ਤੇ ਉਹ ਪਹਿਲਾਂ ਤਾਂ ਮਾਂ ਪਿਓ ਗੁਰੂ ਹੁੰਦਾ, ਮਾਤਾ ਹੀ ਹੁੰਦੀ ਆ ਬੱਚਿਆਂ ਦੀ। ਬਿਲਕੁਲ ਜੀ, ਮਾਂ ਪਿਓ ਦੀ ਦਾਦੀ ਹੁੰਦੀ ਸੀ ਜੀ। ਦਾਦੀ ਤੇ ਜਾਂ ਮੁੰਡਿਆਂ ਲਈ ਤਾਏ ਹੁੰਦੇ ਸੀਗੇ ਤੇ ਕੁੜੀ ਲਈ ਦਾਦੀ ਹੁੰਦੀ ਸੀ। ਹਾਂਜੀ, ਕਿਉਂਕਿ ਜੁਆਇੰਟ ਫੈਮਿਲੀਜ਼ ਹੁੰਦੀਆਂ ਸੀ। ਸਿੱਖਿਆ ਮਿਲਣੀ ਚਾਹੀਦੀ। ਕਾਮਰਸ ਬਿਲਕੁਲ ਇਹ ਕੋਈ ਕੁਦਰਤੀ ਹੈ। ਜਿਵੇਂ ਕੰਮ ਨਾ ਪੁੱਛੇ ਜਾ, ਗੁਰਬਾਣੀ ਇਹਦੇ ਨਾਲ ਆਪਾਂ ਨੂੰ ਦੱਸਦੀ ਆ ਵੀ ਇਹ ਬਦਲਾਵ ਆਉਂਦੇ ਆ ਬੱਚਿਆਂ ਵਿੱਚ। ਜੀ ਜੀ। ਤੇ ਆਪਾਂ ਇਹਨੂੰ ਅਣਖ ਨਾਲ ਜੋੜ ਕੇ ਤੇ ਬਹੁਤ, ਯਾਨੀ ਕਿ ਕਈ ਥਾਵਾਂ ਤੇ ਦੇਖਿਆ ਘਰਾਂ ਦੇ ਵਿੱਚ ਬਰਬਾਦੀ ਹੋ ਜਾਂਦੀ ਆ, ਜਾਂ ਧੀਆਂ ਭੈਣਾਂ ਮਜਬੂਰ ਹੋ ਕੇ ਨਿਕਲੇ। ਉਹ ਬੱਚਿਆਂ ਨੂੰ ਸਿੱਖਿਆ ਨਹੀਂ ਮਿਲਦੀ। ਇਸ ਚੀਜ਼ ਸਿੱਖਿਆ ਮਿਲਣੀ ਜ਼ਰੂਰੀ ਆ ਬੱਚਿਆਂ ਨੂੰ। ਜੀ ਬਿਲਕੁਲ ਬਿਲਕੁਲ, ਉਹੀ ਗੱਲ ਦੇ ਉੱਤੇ ਮੈਂ ਵਿਚਾਰ ਚਰਚਾ ਇਸੇ ਲਈ ਵਿਸ਼ੇਸ਼ ਤੌਰ ਤੇ ਰੱਖੀ ਗਈ ਸੀ। ਬਹੁਤ ਬਹੁਤ ਧੰਨਵਾਦ ਜੀ। ਧੰਨਵਾਦ, ਮਿਹਰਬਾਨੀ ਜੀ। ਬਿਲਕੁਲ ਧੰਨਵਾਦ ਅਨਿਲ ਸਾਹਿਬ। ਬੜਾ ਸੰਜੀਦਾ ਵਿਸ਼ਾ ਸੀਗਾ, ਤੁਸੀਂ ਛੋਇਆ ਇਸ ਨੂੰ ਬਹੁਤ। ਜਾਂਦੇ ਜਾਂਦੇ ਕੀ ਬਿਲਕੁਲ ਜੀ, ਵਿਸ਼ਾ ਜਿਹੜਾ ਹੈਗਾ ਬਿਲਕੁਲ ਇਹ ਡਿਬੇਟੇਬਲ ਆ ਵਿਸ਼ਾ। ਇਹਦੇ ਵਿੱਚ ਬੜੇ ਪਹਿਲੂ ਨੇ, ਪਰ ਹਾਂ ਜੇਕਰ ਮੇਰੇ ਪੱਖ ਨਾਲ ਦੇਖਿਆ ਜਾਵੇ, ਜੇਕਰ ਮਨਸ਼ਾ ਕਿਸੇ ਇੱਕ ਖਾਸ ਫਿਰਕੇ ਨੂੰ ਦਬਾਉਣ ਦੀ ਨਹੀਂ ਹੈ, ਟਾਰਗੇਟ ਨਹੀਂ ਹੈ, ਤਾਂ ਮੈਂ ਇਹਨੂੰ ਵੈਲਕਮ ਕਰਦਾ। ਦੇਖੋ ਸਿੱਧੀ ਜੀ ਗੱਲ ਹੈ, ਕਿਉਂਕਿ ਐਜੂਕੇਸ਼ਨ ਵੀ ਬੱਚੇ ਦੀ 18 ਸਾਲ ਦੇ ਵਿੱਚ ਤਾਂ 12ਵੀਂ, ਪਰ ਨਾਲ ਦੀ ਨਾਲ ਹੀ ਸਖਤੀ ਨਾਲ ਲਾਗੂ ਕਰਨ ਲਈ ਇਹਨੂੰ ਅਵੇਅਰਨੈਸ, ਜਾਗਰੂਕਤਾ। 12ਵਾਂ ਕਰਕੇ ਬੱਚਾ, ਕਿਉਂਕਿ ਦੇਖੋ ਬਾਹਰਲੇ ਦੇਸ਼ਾਂ ਦੇ ਵਿੱਚ ਐਜੂਕੇਸ਼ਨ ਜਿਹੜੀ ਉਹ ਜ਼ਿਆਦਾਤਰ ਕਾਲਜ ਗੋਇੰਗ ਨਹੀਂ ਹੈ। ਇੰਡੀਅਨਸ ਨੂੰ ਛੱਡ ਦਿਓ, ਤੁਸੀਂ ਗੋਰਿਆਂ ਦੀ ਗੱਲ ਕਰੋ। ਇੰਡੀਅਨਸ ਬਹੁਤ ਪੜ੍ਹਾਉਂਦੇ ਆ ਬੱਚਿਆਂ ਨੂੰ, ਮਿਹਨਤ ਕਰਕੇ ਇੱਧਰ ਹੀ ਪੜ੍ਹਾਉਂਦੇ ਆ, ਬਹੁਤ ਉੱਚੀਆਂ ਪੜ੍ਹਾਈਆਂ ਦਵਾਈਆਂ। ਪਰ ਕੀ ਗੋਰੇ ਇੰਨਾ ਪੜ੍ਹਾਉਂਦੇ ਨੇ ਬੱਚਿਆਂ ਨੂੰ? ਨਹੀਂ ਪੜ੍ਹਾਉਂਦੇ। ਸੋ ਇਸੇ ਕਰਕੇ ਜਿਹੜੀ ਕੀ ਆ, ਉੱਥੇ ਕਹਿੰਦੇ ਵੀ ਠੀਕ ਆ ਤੁਸੀਂ ਕੰਮ ਲੱਗ ਗਏ, ਮਾਂ ਪਿਓ ਨੇ 18 ਸਾਲ ਕੀਤਾ, ਘਰ ਛੱਡ ਗਿਆ, ਗੱਲ ਖਤਮ। ਯੂ ਆਰ ਮਾਈ ਡੈਡ, ਇਟ ਇਜ਼ ਡੈਡਸ ਪ੍ਰੋਪਰਟੀ। ਪਰ ਸਟਿਲ ਸਾਡਾ ਕਲਚਰ ਉਹ ਹਜੇ ਪਿਓ ਡੈਡਸ ਪ੍ਰੋਪਰਟੀ ਅੱਡ ਰਹਿ ਜਾਂਦੀ ਹੈ, ਪਰ ਇੱਥੇ ਡੈਡ ਦੀ ਪ੍ਰੋਪਰਟੀ ਦੇ ਵਿੱਚ ਆਪਣਾ ਹੱਕ ਹੁੰਦਾ। ਸੋ ਇਹ ਜ਼ਰੂਰ ਮੈਂ ਇੰਨੀ ਗੱਲ ਕਹੂੰਗਾ ਕਿ 18 ਸਾਲ ਤੋਂ 21 ਸਾਲ ਜਿਹੜਾ ਬੱਚੀਆਂ ਦੀ ਇਹ ਕਰਨਾ, ਮੈਂ ਕਿਸੇ ਹੱਦ ਤੱਕ ਇਹਨੂੰ ਜਾਇਜ਼ ਸਮਝਦਾ ਕਿ ਮਨਸ਼ਾ ਪੋਜ਼ਿਟਿਵ ਹੋਣੀ ਚਾਹੀਦੀ। ਬਿਲਕੁਲ ਜੀ। ਵੱਖ-ਵੱਖ ਨੁਕਤਿਆਂ ਤੋਂ ਇਸ ਖਬਰ ਨੂੰ ਵਿਚਾਰਨ ਲਈ ਔਰ ਵਡਮੁੱਲੇ ਵਿਚਾਰ ਤੇ ਵਡਮੁੱਲਾ ਗਿਆਨ ਲਈ ਬਹੁਤ ਬਹੁਤ ਧੰਨਵਾਦ ਆਉਣੇ ਵਾਲੇ ਸਾਹਿਬ। ਸ਼ੁਕਰੀਆ। ਲੈਂਦੇ ਹਾਂ ਇੱਕ ਬ੍ਰੇਕ ਸ਼ਮਾਦਾਨ ਦੇ ਵਿੱਚ।